ਗੌਂਡ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਕੱਲ੍ਹ ਸਮਾਪਤ ਹੋਈ ਸੀ। ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ 'ਤੇ ਗਿਆਨੀ ਸਿਆਣਾ। ਹਿੰਦੂ ਅੰਨਾ ਹੈ ਅਤੇ ਤੁਰਕ ਕਾਣਾ ਹੈ, ਕਿਉਂਕਿ ਹਿੰਦੂ ਨੂੰ ਪੱਥਰ ਤੋਂ ਬਗੈਰ ਹੋਰ ਕੁਝ ਦਿਖਦਾ ਹੀ ਨਹੀਂ। ਭਗਵਾਨ ਉਹ ਪੱਥਰ ਨੂੰ ਹੀ ਮੰਨੀ ਬੈਠਾ ਹੈ। ਜਿਹੜਾ ਤੁਰਕ ਕਾਣਾ ਇਸ ਲਈ ਹੈ ਵੀ ਉਹਨੂੰ ਖੁਦਾ ਦਿਸਦਾ ਤਾਂ ਹੈ, ਉਹ ਮੰਨਦਾ ਤਾਂ ਹੈ, ਪਰ ਇੱਕ ਦੇਸ਼ੀ ਮੰਨਦਾ ਹੈ ਕਿ ਕਾਬੇ ਦੇ ਵਿੱਚ ਹੀ ਹੈ। ਉੱਧਰਲੇ ਪਾਸੇ ਹੀ ਮੂੰਹ ਕਰਕੇ ਸਜਦਾ ਕਰਦੇ ਨੇ, ਪੱਛਮ ਵਾਲੇ ਪਾਸੇ। ਪੱਛਮ ਅੱਲੇ ਮੁਕਾਮਾ, ਇਸ ਲਈ ਇੱਕ ਅੱਖ ਤੋਂ ਵੇਖਦਾ ਕਾਣਾ ਹੈ। ਹਿੰਦੂ ਸ਼ਰਧਾ ਦੇ ਗਿਆਨ ਰੂਪੀ ਅੱਖਾਂ ਤੋਂ ਰਹਿਤ ਹੋਣ ਕਰਕੇ ਅੰਨਾ। ਪੂਰੀ ਸ਼ਰਧਾ ਨਹੀਂ ਹੁੰਦੀ, ਨਾ ਪੂਰਾ ਨਿਰਗੁਣ ਸਰੂਪ ਦਾ ਗਿਆਨ ਹੁੰਦਾ। ਮੁਸਲਮਾਨ ਆਪ ਦੇ ਅੰਦਰ ਖੁਦਾ 'ਤੇ ਪੂਰੀ ਸ਼ਰਧਾ ਰੱਖਦਾ, ਪਰੰਤੂ ਗਿਆਨ ਰੂਪੀ ਇੱਕ ਅੱਖ ਨਹੀਂ ਹੈ। ਇਹ ਖੁਦਾ ਨੂੰ ਮੰਨਦਾ ਅਤੇ ਆਪਣੀ ਸ਼ਰਧਾ 'ਚ ਪੱਕਾ। ਇਨਸਾਨ ਕੋ ਖੁਦਾ ਮਤ ਕਹੋ, ਇਹ ਬੰਦਾ ਖੁਦਾ ਨਹੀਂ, ਇਸ ਲਈ ਕਾਣਾ ਹੈ। ਦੋਹਾਂ 'ਤੇ ਗਿਆਨੀ ਸਿਆਣਾ। ਹਿੰਦੂ ਅਤੇ ਮੁਸਲਮਾਨ ਦੋਨਾਂ ਤੋਂ ਗਿਆਨਵਾਨ ਪੁਰਖ, ਬੁੱਧੀਮਾਨ, ਸੂਝਵਾਨ ਹੈ। ਇਸ ਲਈ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲੇ ਰਾਮ ਕੇ ਪਿੰਡ ਪੁਰਾਣ। ਹਿੰਦੂ ਪੂਜਾ ਦੇਹੁਰਾ, ਮੁਸਲਮਾਨ ਮਸੀਤ। ਹਿੰਦੂ ਮੰਦਰਾਂ 'ਚ ਬਣੀਆਂ ਪੱਥਰ ਦੀਆਂ ਮੂਰਤਾਂ ਨੂੰ ਪੂਜਦਾ, ਮੁਸਲਮਾਨ ਮਸੀਤ ਅੱਗੇ ਸਜਦਾ ਕਰਦਾ। ਨਾਮੇ ਸੋਈ ਸੇਵਿਆ, ਪਰ ਨਾਮਦੇਵ ਜੀ ਕਹਿੰਦੇ ਮੈਂ ਨਾਮੇ ਨੇ ਉਸ ਪਰਮੇਸ਼ਰ ਨੂੰ ਯਾਦ ਕੀਤਾ, ਜੈ ਹੈ ਦੇਹੁਰਾ ਨਾ ਮਸੀਤ, ਜਿੱਥੇ ਨਾ ਮੰਦਰ ਅਤੇ ਨਾ ਮਸੀਤ ਦੀ ਕਲਪਨਾ, ਜਿਸ ਦੇ ਦਰ 'ਤੇ ਹਿੰਦੂਆਂ ਦੇ ਦੇਹੁਰੇ ਅਤੇ ਮੁਸਲਮਾਨਾਂ ਦੀ ਮਸੀਤ ਦਾ ਜਾਂ ਮਸੀਤ ਅੱਗੇ ਸਿਰ ਝੁਕਾਉਣ ਦਾ ਭੇਦ ਨਹੀਂ ਹੈ। ਜਿਵੇਂ ਰਾਮ ਮੰਦਰ ਅਯੁੱਧਿਆ ਦਾ ਅੱਜ ਕੱਲ੍ਹ ਝਗੜਾ ਚੱਲ ਰਿਹਾ, ਜਦੋਂ ਮੁਸਲਮਾਨਾਂ ਦਾ ਜ਼ੋਰ ਪਿਆ ਉਦੋਂ ਉਹਨਾਂ ਮੰਦਰ ਢਾਹ ਕੇ ਮਸੀਤ ਬਣਾ ਤੀ, ਅਤੇ ਹੁਣ ਹਿੰਦੂਆਂ ਦਾ ਜ਼ੋਰ ਪਿਆ, ਉਹਨਾਂ ਮਸੀਤ ਢਾਹ ਕੇ ਅਤੇ ਮੰਦਰ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਲਈ ਦੋਵੇਂ ਹੀ ਝਗੜਦੇ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਤ ਲਿਖਿਆ ਕਿ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਹੀ ਰੋਈ। ਹਿੰਦੂ ਅਤੇ ਮੁਸਲਮਾਨ ਦੋਨੇ ਹੀ ਨਖਾਫਣੇ ਰੋਣ ਪਿੱਟਣ ਦੇ ਵਿੱਚ ਪਏ ਹੋਏ ਨੇ, ਝਗੜੇ ਦੇ ਵਿੱਚ ਇੱਕ ਦੂਜੇ ਦੇ। ਨਾ ਉਹਨੂੰ ਪਤਾ ਨਾ ਉਹਨੂੰ ਪਤਾ। ਜਿਹਦਾ ਜ਼ੋਰ ਹੈ ਉਹ ਆਪਦੀ ਡੁਗ-ਡੁਗੀ ਵਜਾ ਕੇ ਤੁਰ ਜਾਂਦਾ। ਇਸ ਲਈ ਆਪਾਂ ਤਾਂ ਇਹਨਾਂ ਤੋਂ ਵੱਖਰੇ ਹਾਂ, ਕਿਉਂਕਿ ਅਸੀਂ ਇੱਕ ਖੁਦਾ ਨੂੰ, ਇੱਕ ਵਾਹਿਗੁਰੂ ਨੂੰ, ਇੱਕ ਰਾਮ ਰਹੀਮ ਪਰਮਾਤਮਾ ਨੂੰ ਸਭਨਾਂ ਦੇ ਵਿੱਚ ਰਮਿਆ ਹੋਇਆ ਜਾਣਦੇ ਹਾਂ। ਜਲ ਤਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਇੱਥੇ ਸਮਾਪਤੀ ਹੋਈ ਸੀ। ਆਓ ਭਗਤ ਰਵਿਦਾਸ ਜੀ ਦੀ ਬਾਣੀ ਦੀ ਕਥਾ ਬੜੇ ਪਿਆਰ ਨਾਲ ਸੁਣੋ ਜੀ। ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਰਾਗ ਗੌਂਡ। ਬਾਣੀ ਰਵਿਦਾਸ ਜੀਓ ਕੀ। ਗੌਂਡ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਭਗਤ ਰਵਿਦਾਸ ਜੀ ਦੀ ਬਾਣੀ ਲਿਖਵਾ ਰਹੇ ਹਨ। ਘਰ ਦੂਜਾ। ਦੂਜੇ ਸੁਰਤਾਲ ਦੇ ਵਿੱਚ
ਇਹ ਸ਼ਬਦ ਉਚਾਰ ਰਹੇ ਨੇ, ਲਿਖਵਾ ਰਹੇ ਹਨ। ਇੱਕ ਓੰਕਾਰ ਇੱਕ ਅਦੁੱਤੀ ਪਰਮੇਸ਼ਰ, ਓੰਕਾਰ ਸਰਬ ਦਾ ਪ੍ਰਕਾਸ਼ਕ, ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤ ਹੈ, ਚਿਤ ਹੈ, ਆਨੰਦ ਰੂਪ, ਇੱਕ ਓੰਕਾਰ। ਸੋ ਉਹੀ ਸਾਡਾ ਸਤਿਗੁਰੂ ਅਤੇ ਇੱਕ ਓੰਕਾਰ ਸਤਿਗੁਰੂ ਦੀ ਹੀ ਸਾਡੇ ਉੱਪਰ ਪ੍ਰਸਾਦ ਕਿਰਪਾ ਹੈ। ਮੁਕੰਦ ਮੁਕੰਦ ਜਪਹੁ ਸੰਸਾਰ। ਇਹ ਜਗਤ ਦੇ ਜੀਵੋ, ਜੋ ਮੁਕਤੀ ਦਾ ਦਾਤਾ ਤੇ ਮੋਹ ਆਦਿਕ ਵਿਕਾਰਾਂ ਨੂੰ ਕੰਧ ਕੱਟਣ ਵਾਲਾ ਪਰਮੇਸ਼ਰ ਹੈ। ਜਾਂ ਇਹ ਜਗਤ ਦੇ ਜੀਵੋ, ਉਸ ਵਾਹਿਗੁਰੂ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਜਪਨਾ ਕਰੋ। ਆਪ ਜਪੋ ਅਬ ਰਹਿ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਬ ਰਹਿ ਨਾਮ ਜਪਾਵੈ। ਉਹਨੂੰ ਜਪਨਾ ਕਰੋ, ਆਰਾਧਨਾ ਕਰੋ। ਆਰਾਧਨਾ ਆਰਾਧਨਿਕਾ, ਹਰ ਹਰ ਨਾਮ ਆਰਾਧਨਾ। ਬਿਨ ਮੁਕੰਦ ਧਨ ਹੋਏ ਔਹਾਰ। ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਿਨਾਂ ਮਨੁੱਖਾ ਸਰੀਰ ਪੁਨः ਨਾਸ਼ ਹੋ ਜਾਵੇਗਾ, ਹਾਰ ਜਾਵੇਗਾ ਜਾਂ ਵਿਅਰਥ ਚਲਾ ਜਾਵੇਗਾ। ਸੋਈ ਮੁਕੰਦ ਮੁਕਤ ਕਾ ਦਾਤਾ। ਹੇ ਜਗਤ ਦੇ ਜੀਵੋ, ਅਸੀਂ ਉਸ ਨੂੰ ਮੁਕੰਦ ਕਹਿੰਦੇ ਹਾਂ, ਜੋ ਮੋਕਸ਼ ਦਾ ਦਾਤਾ ਭਾਵ ਮੁਕਤੀ ਦੇ ਦੇਣ ਵਾਲਾ ਹੈ। ਸੋਈ ਮੁਕੰਦ ਹਮਰਾ ਪਿਤ ਮਾਤਾ। ਉਹ ਮੁਕਤੀ ਦਾ ਦਾਤਾ ਪਰਮੇਸ਼ਰ ਹੀ ਸਾਡਾ ਪਿਓ ਤੇ ਸਾਡੀ ਮਾਂ ਹੈ, ਜਾਂ ਮਾਂ ਪਿਓ ਦੀ ਤਰ੍ਹਾਂ ਰੱਖਿਆ ਕਰਨੇ ਵਾਲਾ ਹੈ। ਜੀਵਤ ਮੁਕੰਦੇ ਮਰਤ ਮੁਕੰਦੇ। ਪ੍ਰਭੂ ਦਾ ਸੇਵਕ ਜਨ ਜੀਵਨ ਕਾਲ ਵਿੱਚ ਹੀ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਜਪਦਾ ਹੈ, ਅਤੇ ਮਰਨ ਭਾਵ ਸਰੀਰ ਤਿਆਗਣ ਵੇਲੇ ਵੀ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਜਪਨਾ ਕਰਦਾ ਹੈ। ਇਸ ਪ੍ਰਕਾਰ ਜੀਵਤ ਮੁਕੰਦੇ ਮਰਤ ਮੁਕੰਦੇ। ਪਰਮੇਸ਼ਰ ਦਾ ਸੇਵਕ ਜਨ ਜੀਵਤ ਭਾਵ ਵੱਲੋਂ ਮਰ ਕੇ ਹਰ ਵਕਤ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਜਪਦਾ ਰਹਿੰਦਾ ਹੈ। ਇਸੇ ਕਰਕੇ ਉਹ ਜੀਵਨ ਮੁਕਤ ਹੋ ਕੇ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਇਸ ਕਰਕੇ ਜੀਵਤ ਤਾਕੇ ਸੇਵਕ ਕਉ ਸਦਾ ਆਨੰਦੇ। ਇਸ ਪਰਮੇਸ਼ਰ ਦੇ ਸੇਵਕ ਦਾਸ ਨੂੰ ਹਮੇਸ਼ਾ ਵਾਸਤੇ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਹਨ। ਮੁਕੰਦ ਮੁਕੰਦ ਹਮਾਰੇ ਪ੍ਰਾਨੰ। ਜੋ ਮੁਕਤੀ ਦਾ ਦਾਤਾ ਤੇ ਮੋਹ ਨੂੰ ਕੱਟਣ ਵਾਲਾ ਪਰਮੇਸ਼ਰ ਹੈ, ਉਹ ਸਾਡੇ ਪ੍ਰਾਣਾਂ ਦਾ ਆਸਰਾ ਰੂਪ ਹੈ। ਜਪ ਮੁਕੰਦ ਮਸਤਕ ਨਿਸ਼ਾਨੰ। ਮੱਥੇ ਤੇ ਲਿਖੇ ਹੋਏ ਲੇਖਾਂ ਅਨੁਸਾਰ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਜਪਣਾ ਆਰਾਧਨਾ ਕਰਦੇ ਹਾਂ। ਜਾਂ ਹੀ ਭਾਈ ਉਸ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਜਪਣਾ ਕਰੋ, ਫਿਰ ਉਹ ਪਰਮੇਸ਼ਰ ਤੁਹਾਡੇ ਅੰਤःਕਰਨ ਵਿੱਚ ਪ੍ਰਗਟ ਹੋ ਜਾਵੇਗਾ। ਸੇਵ ਮੁਕੰਦ ਕਰੈ ਬੈਰਾਗੀ। ਅਸੀਂ ਪਦਾਰਥਾਂ ਵੱਲੋਂ ਬੈਰਾਗ ਧਾਰਨ ਕਰਕੇ ਮੁਕਤੀ ਦੇ ਦਾਤੇ ਪਰਮੇਸ਼ਰ ਨੂੰ ਸੇਵਨਾ ਭਜਨਾ ਕਰਦੇ ਹਾਂ, ਕਿਉਂਕਿ ਸੋਈ ਮੁਕੰਦ ਦੁਰਬਲ ਧਨ ਲਾਦੀ। ਉਹ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਹੀ ਸਾਨੂੰ
ਦੁਰਬਲ ਬਲਹੀਣਿਆਂ ਨੂੰ, ਕਮਜ਼ੋਰਾਂ ਨੂੰ, ਨਿਮਾਣੇ ਨਤਾਣੇ ਗਰੀਬਾਂ ਨੂੰ, ਨਿਰਤਨਾਂ ਨੂੰ ਧਨ ਦੀ ਖਾਣ ਲੱਭੀ ਹੋਈ ਹੈ। ਸਾਨੂੰ ਦੁਰਬਲਾਂ ਨੂੰ ਬਲ ਰੂਪ ਜਾਂ ਵਿਵੇਕ ਰੂਪ ਬਲ ਦੇਣ ਵਾਲਾ ਉਸ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਰੂਪੀ ਧਨ ਲੱਭਿਆ ਹੋਇਆ ਹੈ। ਸੋ ਭਾਗ ਠੁਠੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ, ਪ੍ਰਮਾਣ ਗਣੀ ਸਈ ਇਹ ਆਏ, ਸਫਲ ਤਿਨਾਂ ਕੇ ਕਾਮਾਂ। ਜਿਹੜੀ ਸ਼ਾਂਤੀ ਇੱਥੇ ਗੁਰਦੁਆਰੇ ਹੈ ਕਿਤੋਂ ਹੋਰ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ। ਜਿਹੜੀ ਮਾਇਆ ਹੈ, ਧਨ ਪੈਸਾ ਹੈ, ਉਹ ਤਾਂ ਰੱਬ ਦਾ ਦਿੱਤਾ, ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਨੱਚਣ ਗਾਉਣ ਵਾਲਿਆਂ ਕੋਲੋਂ ਵੀ ਬੜਾ ਹੁੰਦਾ, ਪਰ ਅਸਲੀ ਜਿਹੜਾ ਖਜ਼ਾਨਾ ਹੈ, ਸੋ ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਂਗੇ, ਪ੍ਰਾਣ ਜਾਹੇਂਗੇ ਛੂਟ। ਇੱਥੇ ਰਾਮ ਨਾਮ ਦੀ ਲੁੱਟ ਪਈ ਹੋਈ ਹੈ, ਲੁੱਟ ਪਈ ਰਾਮ ਨਾਮ ਦੀ। ਇਹ ਮਹਾਰਾਜ ਦੇ ਨਾਮ ਦੀ ਲੁੱਟ ਪਈ ਹੋਈ ਹੈ। ਆ ਕੇ ਨਾਮ ਧਨ ਬਾਈ ਲੁੱਟ ਲੈਣਾ ਕਰੋ। ਲੁੱਟਣ ਦਾ ਭਾਵ ਇਹ ਹੁੰਦਾ ਕਿ ਫਰੀ, ਸਿਰਫ ਮਾੜਾ ਮੋਟਾ ਯਤਨ ਕਰਨਾ ਪੈਂਦਾ। ਇਉਂ ਇੱਥੇ ਮਹਾਰਾਜ ਦਾ ਨਾਮ ਹਮੇਸ਼ਾ ਚੱਲਦਾ ਰਹਿੰਦਾ ਹੈ। ਥੋੜ੍ਹੇ ਜਿਹੇ ਯਤਨ ਦੇ ਨਾਲ, ਉਦਮ ਦੇ ਨਾਲ ਤੁਸੀਂ ਜਿੰਨਾ ਮਰਜ਼ੀ ਜਮ੍ਹਾਂ ਕਰ ਸਕਦੇ ਹੋ। ਉਦਮ ਕਰ ਹਰ ਜਾਪਣਾ, ਹਰੀ ਦਾ ਜਾਪ ਉਦਮ ਕਰਕੇ ਕੀਤਾ ਜਾਂਦਾ ਹੈ। ਹੁਣ ਇਸ਼ਨਾਨ ਤਾਂ ਰੱਬ ਨੇ ਨਹੀਂ ਕਰਨਾ, ਉਹ ਤਾਂ ਸਾਨੂੰ ਹੀ ਕਰਨਾ ਪਊਗਾ। ਅਤੇ ਉਸ ਤੋਂ ਬਾਅਦ ਗੁਰੂ ਘਰ ਵੀ ਆਉਣਾ ਪਏਗਾ, ਬਹਿਣਾ ਤਾਂ ਪਏਗਾ ਹੀ। ਅੱਗੇ ਫਿਰ ਮਹਾਰਾਜ ਕਿਰਪਾ ਕਰੂਗਾ। ਜੇ ਆਪਾਂ ਕਹੀਏ ਵੀ ਨਾ ਵੀ ਰੱਬ ਹੀ ਲਏ, ਉਹਦੀ ਕਿਰਪਾ ਨਾਲ ਹੀ ਸਭ ਕੁਛ ਹੁੰਦਾ। ਗੁਰੂ ਘਰ ਵੀ ਉਹੀ ਆ ਜਾਏ, ਸਾਡੇ 'ਤੇ ਕਿਰਪਾ ਨਹੀਂ ਹੁੰਦੀ ਤਾਂ ਆਪਾਂ ਆ ਨਹੀਂ ਸਕਦੇ। ਇੰਝ ਤਾਂ ਨਹੀਂ ਗੱਲ ਬਣਦੀ ਹੈ। ਬੁਰਕੀ ਤੋੜ ਕੇ ਮੂੰਹ 'ਚ ਤਾਂ ਪਾਉਣੀ ਪਊਗੀ। ਸੋ ਮਹਾਰਾਜ ਨੇ ਪ੍ਰੋਵੀਜ਼ਨ ਤਿਆਰ ਕੀਤੀ ਹੈ, ਸਾਰਾ ਕੁਝ ਸਾਨੂੰ ਸੁਤੇ ਸਿੱਧੀ ਪ੍ਰਾਪਤ ਹੋ ਰਿਹਾ ਹੈ। ਪਰ ਉਦਮ ਤਾਂ ਕਰਨ ਦੀ ਆਗਿਆ ਹੈ ਗੁਰੂ ਸਾਹਿਬ ਦੀ। ਉਦਮ ਕਰ ਹਰ ਜਾਪਣਾ, ਵਡਭਾਗੀ ਤਨ ਖਾਟ। ਹੇ ਵੱਡੇ ਭਾਗਾਂ ਵਾਲੀ ਗੁਰਮੁਖ, ਧਨ ਦੀ ਖੱਟੀ ਕਮਾਈ ਕਰ ਲੈ, ਮਹਾਰਾਜ ਦੇ ਨਾਮ ਧਨ ਨੂੰ ਇਕੱਤਰ ਕਰ ਲੈ। ਸੋ ਜਿਹੜੇ ਦੇਸ਼ ਵਿੱਚ ਜਾਣਾ ਹੋਵੇ, ਉੱਥੋਂ ਦੀ ਕਰੰਸੀ ਪਹਿਲਾਂ ਚੇਂਜ ਕਰਾਉਣੀ ਪੈਂਦੀ ਹੈ, ਅਤੇ ਉਸ ਤੋਂ ਬਾਅਦ ਕਈ ਤਾਂ ਪਾਸਪੋਰਟ 'ਤੇ ਵੀ ਦਰਜ ਕਰਾਉਂਦੇ ਹਨ। ਇਸ ਵਾਸਤੇ ਫਿਰ ਆਪਾਂ ਦੂਜੀ ਕੰਟਰੀ ਦੇ ਵਿੱਚ ਖੁਸ਼ਹਾਲ ਰਹਿ ਸਕਦੇ ਹਾਂ। ਜੇ ਸਾਡੇ ਪਾਸ ਪੋਕਟ ਮਨੀ ਹੀ ਨਹੀਂ ਹੈ ਤਾਂ ਜਾਣ ਦਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ। ਇਉਂ ਇੱਥੇ ਤਾਂ ਮਹਾਰਾਜ ਨੇ ਕੋਠੀਆਂ ਦੇ ਦਿੱਤੀਆਂ, ਕਾਰਾਂ ਦੇ ਦਿੱਤੀਆਂ, ਰੋਟੀ ਪਾਣੀ, ਲੀੜਾ ਕੱਪੜਾ, ਧਨ ਪੂੰਜੀ ਜਾਇਦਾਦ ਸਭ ਕੁਛ ਦੇ ਦਿੱਤਾ ਹੈ। ਹੁਣ ਜਿੱਥੇ ਅੱਗੇ ਜਾਣਾ ਹੈ ਉੱਥੋਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ। ਕੁਝ ਕਨਵਰਟ ਕਰਾਓ ਇਹਨਾਂ ਰੁਪਈਆਂ ਨੂੰ, ਸੋ ਪਰਲੋਕ ਦੀ ਮਨੀ 'ਚ ਕਨਵਰਟ ਕਰੋ। ਕੋਈ ਅਖੰਡ ਪਾਠ ਕਰਾਓ, ਸਾਲ ਬਾਅਦ ਬੈਠ ਕੇ ਸੁਣੋ, ਕਿਸੇ ਗਰੀਬ ਗੁਰਬੇ ਦੇ ਮੂੰਹ 'ਚ ਪਾਓ। ਰਿਸ਼ਤੇਦਾਰ ਤਾਂ ਜਿੱਥੇ ਖਾਂਦੇ ਨੇ ਉੱਥੇ ਲੜਾਈ ਕਰਦੇ ਨੇ, ਨਿੰਦਿਆ ਚੁਗਲੀ ਕਰਦੇ ਨੇ। ਉਹਨਾਂ ਨੂੰ ਰੱਜਿਆਂ ਨੂੰ ਰਜਾਉਣ ਦੀ ਬਜਾਏ ਜਿਹੜੇ ਲੋੜਵੰਦ ਹਨ ਉਹਨਾਂ ਨੂੰ ਇਕੱਠੇ ਕਰੋ। ਭਾਵੇਂ ਭੋਗ ਇਕੱਲੇ ਹੀ ਪਾ ਕੇ ਜੋ ਸਰਦਾ ਬਣਦਾ ਪਿੰਗਲਵਾੜੇ ਲੈ ਜਾਓ ਬਣਾ ਕੇ, ਯਤੀਮਖਾਨੇ ਦੇ ਆਓ। ਤਾਂ ਇਸ ਵਾਸਤੇ ਨਾ ਟੈਂਟ ਦਾ ਖਰਚਾ, ਨਾ ਕੁਛ ਹੋਰ ਖਰਚਾ। ਇੰਝ ਇਹ ਮਨੀ ਪਰਲੋਕ ਦੀ ਕਨਵਰਟ ਹੁੰਦੀ ਹੈ। ਮਹਾਰਾਜ ਦਾ ਜਿਹੜਾ ਅਗਲੇ ਘਰ ਦਾ ਖਰਚਾ ਉਹ ਜਮ੍ਹਾਂ ਹੋ ਜਾਂਦਾ। ਹੁਣ ਬਤਾ ਹਰ ਨਾਮ ਨਾ ਬੀਜਿਓ, ਅੱਗੇ ਖਾ ਕੇ ਖਾਏ। ਥੋੜ੍ਹਾ ਬਹੁਤਾ ਕੰਮ ਦੇ ਵਿੱਚੋਂ ਆਪ ਦਾ ਸਮਾਂ ਕੱਢੋ। ਜੇ ਕਹੀਏ ਕਿ ਸਾਡੇ ਕੋਲ ਸਮਾਂ ਹੀ ਨਹੀਂ ਹੈ, ਇੰਝ ਤਾਂ ਨਹੀਂ ਹੈ। ਕਿੰਨਾ ਮਰਜ਼ੀ ਸਕੈਜੂਅਲ ਬਿਜ਼ੀ ਹੋਏ। ਆ ਮੈਂ ਰੇਲਵੇ ਸਟੇਸ਼ਨ 'ਤੇ ਵੇਖਿਆ
कई बार लैन च लगन का मौका भी मिलिया, जिन्नी मर्जी वड्डी लैन लगी होवे उन्होंने 11 सवा 11 साडी चाह है जी, 1 तो 2 या 2 तो 3 साडा लंच, खड़े रहो सानू की रोटी का टाइम का हरेक नूं दिता जांदा। ये तो सरकार का भी कानून है, पर 1 घंटा तो नहीं लगता प्रशादा छकण दे। 10 मिनटां दे विच वधिया छकिया जांदा, बाकी पौना घंटा उचारण करो सतनाम श्री वाहिगुरु। सो इंज विचों समा कढ़ांगे तो अपने आप हैबिट बन जाएगी, आदत बन जाएगी। पता है प्रशादा छकना, समा कढ़ना ही पएगा। पता है किते जाना है, अपने आप ही समा निकलेगा। इउं कबीर साहब जी कहते ने कि जिहड़ा बंदा ये सोचता है कि मैं विला हो के नाम जपांगा, वो कभी भी नहीं जप सकता। मस्कीन जी दे भी ये बचन हैं कि विला तो इंसान सारी उम्र नहीं हुंदा है। आपां हमेशा ही सोचते हैं अजे बचपन है, जवानी च विले हो के नाम जपांगे, फिर होर बिजी हो जाता, फिर चलो बच्चे विआह के फिर ही अमृत छकांगे इकट्ठे ही, फिर अगे होर काम अगे वध जांदा, पुत पोतरे अगे दी अगे, फिर शरीर जवाब दे दिंदा। इउं अज कल करदियां काल व्याप है। मेरे वर्गे आलसी बंदे कोल बहाना चाहिदा। असी अपने आप नूं खुद आप धोखा दे रहे हैं। अज करांगे, कल करांगे, परसों करांगे, इंज ही रात गुजर जाती है, दिन चढ़ जाता, दिन भी लंघ जाता। जिहड़ा इंसान हमेशा यही सोचता है कि मैं विला हो के नाम जपांगा, सारी उम्र इंसान विला नहीं हुंदा। साडे दादे पड़दादे बिजी ही चले गए बेचारे। बाबा फरीद जी कहते हैं कि वेख फरीदा कित्थे तैडे मापियां जिन्हीं तू जने ओहे, तह पासों ओए लद गए तू अजय ना पति नोहे। कि नहीं ना किए काज माया पूरे। माया दे काम दा साडे वड वडेरे भी नहीं पूरे करके गए, अधूरे छड्ड के चले गए हैं। कित्थे ने दादे पड़दादे, तू अजे भी नहीं भतीजदा गुरमुखा, तू किन्ना क काम कर लेगा। नहीं हो सकना, तेरे कोल पूरा नहीं हो सकना, तू पूरा हो जाएगा। तो इस वास्ते जिन्ना समा में विचों निकल सकता भज भुज के ही आना पैंदा है। भाज पढ़ो हर सरना। जे तुसीं कहो भी आ काम करके जावांगे, इस तरह नहीं हो सकता। छड्ड के विचे भजना पऊगा, पूरा नहीं हुंदा है। सो जिवें प्रशादे का समा समय मुताबक आपां काम छड्ड के कर दिंदे आ। मुसलमान साथों इन्ने चंगे ने, मैं कईयां नूं राह दे विच भी गोडियां मुद्दियां मार के नमाज पढ़ते देखिया। उन्हां दी नमाज दे टाइम ने 5 नमाजां वक्त 5। जदों भी समा हुंदा कोई दुकान ते बैठा वो शटर सुट के अगे ही बैठ जांदा। किते कोई बस स्टैंड ते कईयां नूं मैं देखिया बस उडीकदियां बस स्टैंड ते ही आपदा मसला विछाउणगे, उस ते ही बैठ जाणगे। बुढ़ी माई एक दाने भिउण गई चक्की ते, पींदियां पींदियां फक्का मारी गई तो जिन्ना क फक्का वज गया उन्ना की पेट च गया। जिहड़ा आटा पिहा के लिया सोचिया माई ने भी चल महीना भर मैं खांदी रहांगी थोड़ा थोड़ा करके। उन्होंने बेचारी नूं की पता सीगा, सोटी नाल तां पहलां ही तुरदी सीगी, भार पता नहीं ज़्यादा हो गया, तुरिया जांदा नहीं सी पहलां ही, तो मींह पैण तो चिक्कड़ होया पिया सीगा। वो बेचारी दा पैर फिसल गया तो सारा ही आटा वो चिक्कड़ च डुੱਲ गया। जे बेर हुंदे तो डुੱਲੇ बेरां दा कुछ नहीं बिगड़दा, फड़ के धो लैंदी। आटा तो चुक्या नहीं सी जाणो, दा खे खराब हो गया।
ਇਉਂ ਕਬੀਰ ਜੀ ਫੋਰ ਐਗਜ਼ਾਮਪਲ ਇਹ ਦ੍ਰਿਸ਼ਟਾਂਤ ਹੈ, 10 ਦ੍ਰਿਸ਼ਟਾਂਤ ਸਮਝਾਉਂਦੇ ਨੇ। ਕਹਿੰਦੇ ਨੇ ਕਬੀਰ ਕੀਚੜ ਆਟਾ ਗਿਰ ਭਰਿਆ। ਇਹ ਦੁਨੀਆ ਦੇ ਵਿੱਚ ਵਿਸ਼ੇ ਵਿਕਾਰਾਂ ਦਾ ਚਿੱਕੜ ਹੋਇਆ ਪਿਆ ਹੈ। ਪਤਾ ਨਹੀਂ ਕਿਹੜੇ ਵੇਲੇ ਪੈਰ ਫਿਸਲ ਜਾਏ ਅਤੇ ਸਵਾਸ ਹੀ ਪੂਰੇ ਹੋ ਜਾਣ, ਸਰੀਰ ਖਤਮ ਹੋ ਜਾਏ, ਕੀ ਪਤਾ ਕਿਹੜੀ ਬਿਮਾਰੀ ਦਾ ਇਹ ਮਰੀਜ਼ ਬਣ ਜਾਣਾ। ਜੋ ਮਨ ਚੇਤਨ ਚੇਤੇ ਸਨ ਸੋ ਗੱਲ ਹੀ ਰੱਬ ਕੀ ਹੈ। ਜਿਹੜੀ ਗੱਲ ਦਾ ਚੇਤਾ ਵੀ ਨਹੀਂ ਹੁੰਦਾ ਉਹ ਟੈਸਟਾਂ 'ਚ ਆ ਜਾਂਦੀ। ਅਤੇ ਇਸ ਵਾਸਤੇ ਦਾਣੇ ਭਿਉਂਦਿਆਂ ਜਿਹੜਾ ਫੱਕਾ ਮਾਰ ਲਿਆ, ਮਤਲਬ ਆਪ ਦਾ ਕੰਮ ਕਰਦੇ ਹਾਂ। ਜ਼ਿੰਦਗੀ ਜਿੰਨੀ ਕੁ ਰੱਬ ਨੇ ਦਿੱਤੀ ਹੈ ਉਨੀ ਕੁ ਜਿਉਂਦਿਆਂ ਜਿਹੜਾ ਸਵਾਸ ਸੰਗਤ ਦੇ ਵਿੱਚ ਭਜਨ ਦੇ ਵਿੱਚ ਗੁਜ਼ਰ ਗਿਆ ਉਹੀ ਸਾਥ ਨਿਭਿਆ। ਬਾਕੀ ਤਾਂ ਜਿੰਨਾ ਸਵਾਸਾਂ ਰੂਪੀ ਆਟਾ ਸੀਗਾ ਸਾਰਾ ਸਰੀਰ ਦਾ ਬਲ ਵਿਸ਼ਿਆਂ ਦੇ ਵਿਕਾਰਾਂ ਦੇ ਚਿੱਕੜ 'ਚ ਪੈਰ ਫਿਸਲਣ ਤੋਂ ਸਾਰਾ ਹੀ ਡੁੱਲ ਗਿਆ, ਖਤਮ ਹੋ ਗਿਆ। ਕਬੀਰ ਕੀਚੜ ਆਟਾ ਘਿਰ ਭਰਿਆ, ਕਿਛੁ ਨ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਇਸ ਲਈ ਕਬੀਰ ਇੱਕ ਘੜੀ ਆਧੀ ਕਰੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ। ਭਾਗ ਨਹੀਂ ਮਾੜੇ, ਭਾਗ ਮਾੜੇ ਆਪਾਂ ਖੁਦ ਆਪਣੇ ਆਪ ਬਣਾਏ ਹੋਏ ਨੇ। ਗੁਰੂ ਜੀ ਤਾਂ ਚੰਗੇ ਬਣਾਉਣ ਲਈ ਵੇਖੋ ਸਵੇਰੇ 2 ਵਜੇ ਤੋਂ ਲੈ ਕੇ ਪੀੜਾ ਸਾਹਿਬ 'ਤੇ ਪ੍ਰਕਾਸ਼ਮਾਨ ਹੋਏ ਨੇ। ਸਾਡੇ ਭਲੇ ਵਾਸਤੇ, ਸਾਡੇ ਭਾਗ ਬਣਾਉਣ ਲਈ ਤਾਂ ਰਾਤ ਤੱਕ ਇਹਨਾਂ ਬੈਠੇ ਰਹਿਣਾ। ਜੇ ਹੁਣ ਖੁਦ ਅਸੀਂ ਆਪ ਚੱਲ ਕੇ ਭਾਗ ਬਣਾਉਣ ਆਵਾਂਗੇ ਨਹੀਂ ਤਾਂ ਇਹਦੇ 'ਚ ਕਸੂਰ ਗੁਰੂ ਦਾ ਤਾਂ ਨਹੀਂ ਹੈ। ਮਹਾਰਾਜ ਕਹਿੰਦੇ ਸ਼ਲੋਕ ਮਹੱਲਾ ਪੰਜਵਾ, ਉਦਮ ਕਰੇਂਦਿਆਂ ਜੀਓ ਤੂੰ ਕਮਾਉਂਦਿਆਂ ਸੁਖ ਪੁੰਚ, ਧਿਆਏ ਦੀਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਆਪਾਂ ਵਿਚਾਰ ਕਰ ਰਹੇ ਸੀ ਮੁਕੰਦ ਕਰੈ ਬੈਰਾਗੀ। ਸੇਵ ਮੁਕੰਦ ਕਰੈ ਬੈਰਾਗੀ, ਸੇਵ ਮੁਕੰਦ ਕਰੈ ਬੈਰਾਗੀ। ਅਸੀਂ ਪਦਾਰਥਾਂ ਵੱਲੋਂ ਵੈਰਾਗ ਧਾਰਨ ਕਰਕੇ ਮੁਕਤੀ ਦੀ ਦਾਤੇ ਪਰਮੇਸ਼ਰ ਨੂੰ ਸੇਵਨਾ ਭਜਨਾ ਕਰਦੇ ਹਾਂ। ਸੋਈ ਮੁਕੰਦ ਦੁਰਬਲ ਧਨ ਲਾਦੀ। ਉਹ ਮੁਕਤੀ ਦੇ ਦਾਤੇ ਪਰਮੇਸ਼ਰ ਦਾ ਨਾਮ ਹੀ ਸਾਨੂੰ ਨਿਮਾਣੇ ਗਰੀਬਣਾਂ ਨੂੰ, ਨਿਰਧਨਾਂ ਨੂੰ ਧਨ ਦੀ ਖਾਨ ਲੱਭੀ ਹੈ। ਇਹ ਮਹਾਰਾਜ ਦਾ ਨਾਮ ਧਨ ਹੀ ਅਮੀਰ ਬਣਾਉਣ ਵਾਲਾ ਹੈ। ਜਿਨ ਕੇ ਪਰਲੇ ਧਨ ਵਸੈ ਤਿਨ ਕਾ ਨਾਮ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਏਕ ਮੁਕੰਦ ਕਰੈ ਉਪਕਾਰ। ਇੱਕ ਮੁਕਤੀ ਦਾ ਦਾਤਾ ਪਰਮੇਸ਼ਰ ਹੀ ਸਭਨਾਂ 'ਤੇ ਜਾਂ ਸਾਡੇ 'ਤੇ ਭਲਾਈ ਕਰਨ ਵਾਲਾ, ਪਰ ਉਪਕਾਰ ਕਰਨ ਵਾਲਾ ਹੈ। ਜਿਹਨੇ ਵੇਖੋ ਇੰਨਾ ਸੋਹਣਾ ਗੁਰੂ ਘਰ ਸਾਨੂੰ ਬਖਸ਼ਿਸ਼ ਕੀਤਾ ਹੈ। ਹਮਾਰਾ ਕਹਾ ਕਰੈ ਸੰਸਾਰ। ਇਸ ਕਰਕੇ ਸਾਡਾ ਜਗਤ ਦੇ ਜੀਵ ਚਮਾਰ ਚਮਾਰ ਸ਼ਬਦ ਕਹਿ ਕੇ ਅਪਜਸ ਕਰਕੇ ਕੀ ਵਿਗਾੜ ਕਰ ਸਕਦੇ ਨੇ? ਭਾਵ ਕੁਝ ਵੀ ਨਹੀਂ ਵਿਗਾੜ ਸਕਦੇ ਹਨ। ਜਾਤ ਹੋਏ ਦਰਬਾਰ, ਜਾਤ ਹੋਏ ਦਰਬਾਰ। ਅਸੀਂ ਤਾਂ ਚਮਿਆਰ ਬ੍ਰਾਹਮਣ ਖੱਤਰੀਆਂ ਆਦਿ ਸਾਰੀ ਜਾਤ ਦੂਰ ਕਰਕੇ ਸੱਚੇ ਪਾਤਸ਼ਾਹ ਦੇ ਹਜ਼ੂਰੀ ਸੇਵਕ ਹੋ ਗਏ ਹਾਂ, ਜਾਂ ਅਸੀਂ ਤਾਂ ਜਾਤੀ ਦੀ ਹਉਮੈ ਮੇੜ ਕੇ ਸੱਚਖੰਡ ਸਰੂਪ ਦੀ ਪ੍ਰਾਪਤੀ ਵਾਲੇ ਹੋ ਗਏ ਹਾਂ। ਤੁਹੀ ਮੁਕੰਦ ਜੋਗ ਜੁਗ ਤਾਰ। ਹਰ ਇੰਜ ਬੇਨਤੀ ਕਰਦੇ ਰਹਿੰਦੇ ਹਾਂ ਕਿ ਹੇ ਪਰਮੇਸ਼ਰ ਤੂੰ ਹੀ ਮੁਕਤੀ ਦਾ ਦਾਤਾ ਹੈ, ਔਰ ਤੂੰ ਹੀ ਜੁਗਾਂ ਜੁਗਾਂ 'ਚ ਜੀਵਾਂ ਨੂੰ ਗੁਰਾਂ ਦੁਆਰਾ ਆਪਣੇ ਨਾਮ ਦੀ ਦਾਤ ਦੇ ਕੇ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ।
ਇਸੇ ਪ੍ਰਕਾਰ ਤੁਹੀ ਮੁਕੰਦ ਜੋਗ ਜੁਗ ਤਾਰ। ਚੌਹਾਂ ਯੁੱਗਾਂ 'ਚ ਜੋ ਤੇਰੇ ਨਾਮ 'ਚ ਜੋੜਨਾ ਕਰਦੇ ਨੇ ਉਹਨਾਂ ਨੂੰ ਤਾਰਨ ਵਾਲਾ ਹੈ। ਜਾਂ ਜੋ ਸਾਧੂ ਜਨ ਵੈਰਾਗ ਵਿਵੇਕ ਹਠ ਸੰਮਤੀ ਮੁਮੋਖ ਇੱਛਾ ਸਾਧਨਾ 'ਚ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਆਪਣੇ ਸਰੂਪ 'ਚ ਮੇਲ ਕੇ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਕਹਿ ਨਾ ਨਾਮਾ ਕਹਿ ਹੋ ਤਰ ਪੇ ਨ ਜਾਨੋ ਮੋਕੋ ਬਾਹਾਂ ਦੇ ਬੀਠਲਾ। ਉਪਜਿਓ ਗਿਆਨ ਹੁਆ ਪ੍ਰਗਾਸ। ਜਦ ਗੁਰਾਂ ਦੀ ਕਿਰਪਾ ਸਦਕਾ ਮੇਰੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਹੋ ਗਿਆ ਤਦ ਦਾ ਮੇਰੇ ਹਿਰਦੇ 'ਚ ਅਨੁਭਵ ਸਰੂਪ ਦਾ ਪ੍ਰਕਾਸ਼ ਹੋ ਆਇਆ ਹੈ। ਕਰ ਕਿਰਪਾ ਲੀਨੇ ਕੀਟ ਦਾਸ। ਦਇਆ ਦ੍ਰਿਸ਼ਟੀ ਕਰਕੇ ਮੈਨੂੰ ਕੀੜੇ ਦੀ ਤਰ੍ਹਾਂ ਨਿਮਾਣੇ ਨੂੰ ਜਾਂ ਜੂਨਾਂ 'ਚ ਭਰਮਦੇ ਹੋਏ ਕੀੜੇ ਭਾਵ ਅਲਪਕ ਜੀਵਾਂ ਨੂੰ ਪਰਮੇਸ਼ਰ ਨੇ ਆਪਣਾ ਸੇਵਕ ਬਣਾ ਲਿਆ ਹੈ। ਕਹਿ ਰਵਿਦਾਸ ਅਬ ਤ੍ਰਿਸ਼ਨਾ ਚੂਕੀ। ਭਗਤ ਰਵਿਦਾਸ ਜੀ ਕਹਿੰਦੇ ਕਿ ਹੁਣ ਮੇਰੀ ਰਸਾਂ ਕਸਾਂ ਖਾਣ ਪੀਣ ਦੀ ਪਹਿਨਣ ਦੀ ਭੋਗਣ ਦੀ ਮਾਇਆ ਦੀ ਤ੍ਰਿਸ਼ਨਾ ਨਿਵਰਤ ਹੋ ਗਈ ਹੈ। ਜਪ ਮੁਕੰਦ ਸੇਵਾ ਤਾਹੂ ਕੀ। ਇਸ ਕਰਕੇ ਮੈਂ ਮੁਕਤੀ ਦੀ ਦਾਤੇ ਪਰਮੇਸ਼ਰ ਦੇ ਨਾਮ ਦਾ ਜਾਪ ਕਰਦਾ ਅਤੇ ਉਸੇ ਦੀ ਭਗਤੀ ਰੂਪ ਟਹਿਲ ਕਰਦਾ ਹਾਂ। ਜਾਂ ਹੇ ਭਾਈ ਸਾਰੇ ਹੀ ਮੁਕਤੀ ਦੀ ਦਾਤੇ ਪਰਮੇਸ਼ਰ ਦਾ ਬਾਣੀ ਕਰਕੇ ਜਾਪ ਕਰੋ ਅਤੇ ਉਸੇ ਦੀ ਸਰੀਰ ਕਰਕੇ ਟਹਿਲ ਸੇਵਾ ਕਰੋ। ਸੇਵਾ ਐਵੇਂ ਨਹੀਂ ਮਿਲਦੀ ਹੈ, ਭਾਗਾਂ ਨਾਲ ਮਿਲਦੀ ਹੈ। ਸੇਵਾ ਕਰ ਲਓ ਭਾਗਾਂ ਵਾਲਿਓ। ਟਹਿਲ ਮਹਿਲ ਤਾਕੋ ਮਿਲੈ ਜਾ ਕੋ ਸਾਧ ਕਿਰਪਾਲ। ਜਿਹਦੇ 'ਤੇ ਗੁਰੂ ਨਾਨਕ ਸਾਹਿਬ ਸਾਧ ਕਿਰਪਾਲੂ ਹੁੰਦੇ ਉਹਨਾਂ ਨੂੰ ਹੀ ਮਹਿਲ ਮਹੱਲ ਦੀ ਸੇਵਾ ਗੁਰੂ ਮਹਾਰਾਜ ਦੇ ਸਰੂਪ ਦੀ ਸੇਵਾ ਸਾਧ ਸੰਗਤ ਜੀਓ ਪ੍ਰਾਪਤ ਹੁੰਦੀ ਹੈ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਏਡੇ ਵੱਡੇ ਦਰਬਾਰ ਦੀ ਸੇਵਾ ਇਹ ਧੁਰ ਦਰਗਾਹ ਤੋਂ ਜਿਨ੍ਹਾਂ ਦੇ ਕਰਮਾਂ 'ਚ ਲਿਖੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਵਰ ਪਾਵਣਾ ਹਉਮੈ ਵਿੱਚੋਂ ਜਾਏ। ਇਸ ਲਈ ਸੇਵਾ ਕਰੋ, ਸਿਮਰਨ ਕਰਕੇ ਲਾਭ ਖੱਟੋ। ਐਵੇਂ ਵਾਧੂ ਦੀ ਨਿੰਦਿਆ ਨਾ ਕਰਿਆ ਕਰੋ, ਐਵੇਂ ਸਿਰ 'ਚ ਭਾਰ ਨਾ ਉਠਾਓ। ਅਤੇ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੋਹ ਕਾਲੇ ਅਤੇ ਨਿੰਦਕਾ ਨਰਕੇ ਘੋਰ ਪਵਨ। ਨਿੰਦਿਆ ਕਰਨ ਵਾਲਾ ਬੰਦਾ ਬੜਾ ਮਾੜਾ ਹੁੰਦਾ ਜੇ। ਆ ਜਿਹੜੇ ਸਫਾਈ ਸੇਵਕ ਨੇ ਉਹ ਤਾਂ ਝਾੜੂ ਝੂੜੂ ਦੇ ਨਾਲ ਜਾਂ ਆਪਦੇ ਸੰਦਾਂ ਦੇ ਨਾਲ ਲੋਕਾਂ ਦਾ ਗੰਦ ਚੁੱਕਦੇ ਨੇ, ਪਰ ਜਿਹੜਾ ਨਿੰਦਕ ਪੁਰਸ਼ ਹੈ ਉਹ ਆਪਦੀ ਜ਼ੁਬਾਨ ਦੇ ਨਾਲ ਲੋਕਾਂ ਦੀ ਗੰਦਗੀ ਦੀ ਸਫਾਈ ਕਰਦਾ ਹੈ। ਔਗਣ ਗੰਦਗੀ ਨੇ, ਜ਼ੁਬਾਨ ਨਾਲ ਕਿਸੇ ਦੀ ਔਗਣ ਫਰੋਲਣੇ ਇਹ ਗੰਦਗੀ ਚੁੱਕਣ ਦੀ ਤਰ੍ਹਾਂ ਹੀ ਹੈ। ਅਤੇ ਇਸ ਲਈ ਕਾਂ ਵਰਗਾ ਸੁਭਾਅ ਨਹੀਂ ਹੋਣਾ ਚਾਹੀਦਾ। ਹੰਸਾ ਹੀਰਾ ਮੋਤੀ ਚੁਗਣਾ, ਹੰਸ ਬਣੋ ਅਤੇ ਮਾਨ ਸਰੋਵਰ 'ਤੇ ਰਹੋ। ਕੀ ਗੰਦਗੀ ਤੋਂ ਲੈਣਾ ਜਿੱਥੇ ਪਤਾ ਹੀ ਆ ਵੀ ਗੰਦ, ਤੋ ਇਸ ਵਾਸਤੇ ਉੱਥੋਂ ਆਪ ਦਾ ਕਿਨਾਰਾ ਕਰੋ। ਅਤੇ ਜਿਹੜੇ ਸੰਤ ਮਹਾਂਪੁਰਖ ਨੇ ਅਤੇ ਉਹਨਾਂ ਦੀ ਨਿੰਦਿਆ ਤੋਂ ਗੁਰੇਜ਼ ਕਰੋ। ਆਮ ਦੀ ਵੀ ਮਾੜੀ ਹੈ, ਸੰਤਾਂ ਦੀ ਤਾਂ ਬਿਲਕੁਲ ਹੀ ਮਾੜੀ ਹੈ। ਆਓ ਅਗਲੇ ਸ਼ਬਦ 'ਚ ਇਹੀ ਉਪਦੇਸ਼ ਭਗਤ ਰਵਿਦਾਸ ਜੀ ਬਖਸ਼ਦੇ ਨੇ। ਰਹਾਉ ਵਾਲੀ ਪੰਕਤੀ ਤੋਂ ਅਰਥ ਚੱਲੇਗਾ। ਗੌਂਡ ਰਾਗ ਦੇ ਵਿੱਚ ਨਿੰਦਕਾਂ ਦੇ ਪਰਤਾਏ ਰਵਿਦਾਸ ਜੀ ਉਪਦੇਸ਼ ਬਖਸ਼ਦੇ ਹਨ। ਸਾਧਕਾ ਨਿੰਦਕ ਕੈਸੇ ਤਰੈ। ਜਿਹੜੇ ਸਾਧੂ ਸੰਤ ਮਹਾਤਮਾ ਨੇ, ਸ੍ਰੇਸ਼ਟ ਮਹਾਂਪੁਰਖ ਨੇ, ਉਹਨਾਂ ਮਹਾਤਮਾ ਜਨਾਂ ਦਾ ਨਿੰਦਕ ਅਪਜਸ ਕਰਨ ਵਾਲਾ ਪੁਰਖ ਕਿਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਤਰ ਸਕਦਾ, ਭਾਵ ਨਹੀਂ ਤਰ ਸਕਦਾ ਹੈ। ਹਰ ਪਰ ਜਾਨਾ ਹੋ ਨਰਕ ਹੀ ਪਰੈ। ਜ਼ਰੂਰ ਪਰ ਜ਼ਰੂਰ ਜਾਂ ਨਿਸ਼ਚੇ ਕਰਕੇ ਜਾਣੋ ਕਿ ਉਹ ਪੁਰਖ ਨਰਕ ਦੇ ਵਿੱਚ ਹੀ ਪੈਂਦਾ ਹੈ। ਉਹ ਕਦੀ ਪਾਰ ਨਹੀਂ ਉਤਰ ਸਕਦਾ। ਸਵਰਗਾਂ ਦੀ ਇੱਛਾ ਛੱਡ ਦੇ ਨਿੰਦਕ ਪੁਰਸ਼ ਉਹਦੇ ਲਈ ਨਰਕ ਬਣਾਏ ਹਨ। ਸੋ
ਉਹ ਕੁੰਭੀ ਨਰਕ ਦੇ ਵਿੱਚ ਜਾ ਕੇ ਪੈਂਦਾ ਹੈ। 18 ਜਿਹੜੇ ਕੋਹੜੀ ਨਰਕ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਦੁੱਖ ਭੋਗਦਾ ਹੈ। ਜਿਹੜੀ ਰਹਾਉ ਵਾਲੀ ਪੰਕਤੀ ਹੁੰਦੀ ਹੈ, ਜਿਵੇਂ ਕਿਸੇ ਐਸੇ ਦਾ ਲੈਟਰ ਦਾ ਸਬਜੈਕਟ ਹੁੰਦਾ, ਸਿਰਲੇਖ ਹੁੰਦਾ, ਇਉਂ ਸ਼ਬਦ ਦਾ ਸਿਧਾਂਤ ਇਹ ਰਹਾਉ ਵਾਲੀ ਪੰਕਤੀ ਵਿੱਚ ਹੁੰਦਾ। ਇਹ ਸਮਝ ਲਓ ਸ਼ਬਦ ਦਾ ਸਿਰਲੇਖ ਹੈ। ਹੁਣ ਆਰੰਭ ਤੋਂ ਬਖਸ਼ਿਸ਼ ਕਰਦੇ ਨੇ। ਜੇ ਉਹ 68 ਤੀਰਥ ਨਹਾਵੈ, ਜੇਕਰ ਨਿੰਦਕ ਪੁਰਸ਼ ਭਾਵੇਂ 68 ਤੀਰਥਾਂ ਦੇ ਵੀ ਜਾ ਕੇ ਇਸ਼ਨਾਨ ਕਰ ਆਵੇ। ਜੇ ਉਹ ਦੁਆਦਸ ਸਿਲਾ ਪੂਜਾਵੈ, ਜੇਕਰ ਉਹ 12 ਭਾਵ 10 ਪਾਰਖਦ, ਇੱਕ ਵਿਸ਼ਨੂੰ ਦੇ ਇੱਕ ਲక్ష్ਮੀ ਦੀ ਮੂਰਤੀ, ਇਹਨਾਂ 12 ਸ਼ਿਲਾ ਨੂੰ ਪੂਜਨਾ ਕਰੇ, ਭਾਵ ਇਹਨਾਂ ਦੀਆਂ ਜੋ ਪੱਥਰ ਦੀਆਂ ਮੂਰਤਾਂ ਬਣੀਆਂ ਹੋਈਆਂ ਉਹਨਾਂ ਨੂੰ ਪੂਜਨਾ ਕਰੇ। ਜਾਂ ਜੇਕਰ ਉਹ 12 ਬੈਜਨਾਥ, ਸੋਮਨਾਥ, ਬਦਰੀ ਨਾਰਾਇਣ, ਕੇਦਾਰਨਾਥ, ਵਿਸ਼ੇਸ਼ਵਰ, ਨਾਗੇਸ਼ਵਰ, ਭੀਮ ਸ਼ੰਕਰ ਆਦਿਕ ਸ਼ਿਵਲਿੰਗਾਂ ਦਾ ਵੀ ਪੂਜਨਾ ਕਰੇ। ਜੇ ਉਹ ਕੂਪ ਤਟਾ ਦੇਵਾਵੈ, ਜੇਕਰ ਉਹ ਪੁੰਨ ਅਰਥੀ ਖੂਹ ਜਾਂ ਤਲਾਬ ਬਣਾ ਦੇਣਾ ਕਰੇ, ਜਾਂ ਖੂਹ ਦੇ ਕਿਨਾਰੇ ਧਨ ਦੌਲਤ ਨਾਲ ਪੱਕੇ ਕਰਾ ਦੇਵੇ। ਕਰੈ ਨਿੰਦ ਸਭ ਬਿਰਥਾ ਜਾਵੈ, ਜੇਕਰ ਕੋਈ ਇੰਨਾ ਕੁਝ ਕਰਕੇ ਸਾਧ ਸੰਗਤ ਦੀ ਨਿੰਦਿਆ ਕਰਦਾ, ਉਹਦਾ ਸਾਰਾ ਦਾਨ ਪੁੰਨ ਕੀਤਾ ਬਿਰਥ ਨਿਸਫਲ ਚਲਿਆ ਜਾਂਦਾ ਹੈ। ਸਾਧ ਕਾ ਨਿੰਦਕ ਕੈਸੇ ਤਰੈ, ਸ੍ਰੇਸ਼ਟ ਜਨਾ ਮਹਾਤਮਾ ਜਨਾਂ ਦਾ ਨਿੰਦਕ ਨਿੰਦਿਆ ਕਰਨ ਵਾਲਾ ਪੁਰਖ ਦੱਸੋ ਕਿੰਜ ਸੰਸਾਰ ਸਮੁੰਦਰ ਤੋਂ ਤਰ ਸਕਦਾ, ਭਾਵ ਨਹੀਂ ਤਰ ਸਕਦਾ ਹੈ। ਜਿਹੜੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਆਪਾਂ ਦਰਸ਼ਨ ਕਰਦੇ ਰਹੇ, ਸਾਨੂੰ ਪਤਾ ਹੈ ਕਿ ਉਹ ਕਿੰਨੇ ਉੱਚੇ ਅਤੇ ਸੁੱਚੇ ਜੀਵਨ ਵਾਲੇ ਸਨ। ਹੋਰਨਾਂ ਬਾਬਤ ਤਾਂ ਕੀ ਕਹਿਣਾ। ਮਾਤਾ ਪ੍ਰੀਤਮ ਕੌਰ ਦੇ ਨਾਲ ਮੈਂ ਕਈ ਵਾਰੀ ਸਲਾਹੀ ਪਿਆ। ਇੱਕ ਵਾਰ ਇਕੱਠੇ ਗੱਡੀ 'ਚ ਬੈਠੇ, ਮੈਂ ਕਿਹਾ ਮਾਤਾ ਕੋਈ ਗੱਲ ਹੀ ਸੁਣਾ। ਅਤੇ ਕਹਿੰਦੀ ਦੱਸ ਪੁੱਤ ਕੀ ਸੁਣਾਵਾਂ। ਮੈਂ ਕਿਹਾ ਸੰਤਾਂ ਦਾ ਬਚਨ ਸੁਣਾ ਕੋਈ, ਵੀ ਤੇਰੇ ਨੂੰ ਨੇੜਲਾ ਸੰਬੰਧ ਆ, ਹੋਰ ਕਿਸੇ ਦਾ ਹੋ ਨਹੀਂ ਸਕਦਾ, ਅਤੇ ਕੋਈ ਬਚਨ ਸੁਣਾ। ਕਹਿੰਦੀ ਮੈਥੋਂ ਤਾਂ ਤੁਸੀਂ ਜ਼ਿਆਦਾ ਜਾਣਦੇ ਹੋ ਪੁੱਤ। ਅਤੇ ਠੀਕ ਹੈ, ਆਨੰਦ ਕਾਰਜ ਹੋਇਆ ਸੀਗਾ, ਅਤੇ ਪਰ ਜਦੋਂ ਮਹਾਂਪੁਰਖ ਬਣ ਗਏ, ਸੰਤ ਬਣ ਗਏ, ਹੈ ਤਾਂ ਪਹਿਲਾਂ ਵੀ ਸੁਭਾਅ ਉਹਨਾਂ ਦਾ ਨਿਰਲੇਪ ਸੀਗਾ, ਪਰ ਬਾਅਦ ਵਿੱਚ ਤਾਂ ਉਹ ਪੱਕਾ ਹੀ ਤੋੜ ਵਿਛੋੜਾ ਹੋ ਗਿਆ। ਤੁਹਾਡੇ ਵਾਂਗ ਆਪਾਂ ਜਾਈਦਾ ਸੀਗਾ ਸੰਗਤ ਦੇ ਨਾਲ, ਅਤੇ ਜਿਹੜਾ ਟਾਈਮ ਹੁੰਦਾ ਸੀ ਉਹਨਾਂ ਦੇ ਮਿਲਣ ਦਾ, ਉਸ ਸਮੇਂ ਸੰਗਤ ਦੇ ਨਾਲ ਹੀ ਉਹਨਾਂ ਦੇ ਪੈਰਾਂ 'ਚ ਬਹਿ ਜਾਈਦਾ ਸੀ। ਉਹ ਪਲੰਘੇ 'ਤੇ ਬੈਠੇ ਹੁੰਦੇ, ਆਪਾਂ ਪੈਰਾਂ 'ਚ ਬਹਿ ਕੇ ਅਤੇ ਮੂੰਹ ਵੱਲ ਵੇਖਦੇ ਰਹੀਦਾ ਸੀਗਾ। ਸੰਗਤ ਤੋਂ ਅਲੱਗ ਸਾਥੋਂ ਕੋਈ ਗੱਲ ਨਹੀਂ ਸਨ ਪੁੱਛਦੇ ਨਾ ਦੱਸਦੇ, ਇੰਝ ਹੀ ਬਸ ਦਰਸ਼ਨ ਮੇਲੇ ਪਾ ਕੇ ਘਰ ਨੂੰ ਆ ਜਾਈਦਾ ਸੀ। ਬਸ ਇੰਨਾ ਕੀ ਸੀ। ਅਤੇ ਮੈਂ ਕਿਹਾ ਵੀ ਕੋਈ ਲੋੜ, ਕੋਈ ਜ਼ਰੂਰਤ, ਅਤੇ ਹੋਰ ਤਾਂ ਕੋਈ ਸੋਰਸ ਨਹੀਂ, ਗੁਜ਼ਾਰਾ ਕਿਵੇਂ ਚੱਲਦਾ ਸੀ। ਕਹਿੰਦੇ ਬਾਬਾ ਠਾਕਰ ਸਿੰਘ ਸਾਹਿਬ ਜਿਉਂਦਾ ਰਹੇ, ਇਹ ਸਾਨੂੰ ਪੁੱਛਦਾ ਸੀ ਵੀ ਮਾਤਾ ਕਿਸੇ ਚੀਜ਼ ਦੀ ਲੋੜ ਹੈ ਸਾਨੂੰ ਦੱਸੋ। ਤਾਂ ਇਹ ਸਾਡੀ ਲੋੜ ਪੂਰੀ ਕਰਦੇ ਸੀ। ਸੰਗਤ ਦੇ ਵਿੱਚੋਂ ਸੁਤੇ ਸਿੱਧ ਹੁੰਦੀ ਸੀਗੀ, ਪਰ ਉਹ ਮਹਾਂਪੁਰਖਾਂ ਨੇ ਕੋਈ ਸਾਡਾ ਮੋਹ ਨਹੀਂ ਕੀਤਾ। ਇਹੋ ਜਿਹੇ ਮਹਾਂਪੁਰਖਾਂ ਦੀ ਜੇ ਕੋਈ ਭੈੜਾ ਪੁਰਸ਼ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਨਿੰਦਿਆ ਕਰੇ, ਦੱਸੋ ਉਹਦਾ ਭਲਾ ਕਿੱਥੇ ਹੋਊਗਾ। ਤੋ ਮਾਤਾ ਪ੍ਰੀਤਮ ਕੌਰ ਦੇ ਨਾਲੋਂ ਤਾਂ ਹੋਰ ਕੋਈ ਗਵਾਹ ਨਹੀਂ ਹੋ ਸਕਦਾ। ਇਸ ਲਈ ਸੰਗਤ 'ਚ ਹੀ ਉਹ ਰਹਿੰਦੇ ਸੀਗੇ। ਭਿੰਡਰਾਂ ਵਾਲੇ ਸੰਤਾਂ ਦਾ ਮੈਂ ਜੀਵਨ ਵੇਖਿਆ। ਮੈਂ ਰਾਤ ਮੰਜੇ ਥੱਲੇ ਸੌਂਦਾ ਰਿਹਾ, ਉਹਨਾਂ ਪਲੰਘੇ 'ਤੇ, ਆਪਾਂ ਥੱਲੇ ਸੌਣਾ। ਸਿੰਘਾਂ ਤੋਂ ਬਗੈਰ ਇੱਕ ਸਕਿੰਟ ਵੀ ਉਹਨਾਂ ਦਾ ਜੀਵਨ ਨਹੀਂ ਸੀਗਾ, ਔਰ ਹਮੇਸ਼ਾ ਲਾਈਟ ਜਗਦੀ ਰਹਿਣੀ। ਉੱਚੇ ਆਸਣ 'ਤੇ ਸੰਤਾਂ ਦੇ ਸਿਰਹਾਣੇ ਇੱਕ ਸਿੰਘ ਨੇ ਪਾਠ ਕਰਦੇ ਰਹਿਣਾ। ਬਾਬਾ ਠਾਕੁਰ ਸਿੰਘ ਦਾ ਵੀ ਐਸਾ ਜੀਵਨ ਸੀਗਾ। ਆਮ ਤੌਰ 'ਤੇ ਸਾਡੇ ਵਰਗਿਆਂ ਦਾ ਜੀਵਨ ਦਿਨੇ ਹੋਰ ਹੁੰਦਾ, ਰਾਤ ਨੂੰ ਹੋਰ ਹੁੰਦਾ। ਗੁਰਦੁਆਰੇ ਹੋਰ ਹੈ, ਕਮਰੇ 'ਚ ਹੋਰ ਹੈ,
पर पिंडरां वाले संतां दा जीवन दिने भी उही, रात भी उही, कमरे 'च भी उही, गुरु घर भी उही, बिल्कुल सेम। किसी नूं तुसीं 5 मिनट मिलो, 10 मिनट मिलो, शरधा वाले बचन सुनो, शरधा बजदी है, पर हमेशा उहदे नाल रहण तो तुहाडी शरधा किते ना किते जाके फर्क पऊगा। पर मैं वेखिआ पिंडरां वाले संतां नाल अठे पै रहण तो भी शरधा 'च एक रत्ती भर भी फर्क ना पैंदा। उन्हां दा जीवन एक रस बिल्कुल सेम। जिंदगी भर सेवक की ओढ़ निभही प्रीत, जीवत साहिब सेवियो अपना, चलते राखियो चीत। एक सकेंड मिनट भी ਸਿੰਘਾਂ ਤੋਂ बगैर ना गुजारदे, और 2 घंटे केवल बैड रैसट करते, वो भी चादर मूँह ते लैके ते आप दा सीस सराणे ला के ते बस नेत्र बंद कर लेने, ते बाकी सब बाणी पढ़ते रहना, पाठ करते रहना। इहो जे महापुरख रब दे प्यार वाले, कार सेवा वाले महापुरख जिहड़े अठे पैर सेवा करते रहंदे, तो ऐसे श्रेष्ठ महात्मा उन्हां दी निंदिया करन वाला भाई किंज तरेगा तुसीं दसो। मेरे ख्याल मुताबिक तो उहदी जबान 'च कीड़े पैणगे ते वो कोड़ी होके मरूगा, वो नहीं जे तर सकदा। साध का निंदक कैसे तरै। ਜਿਹੜੇ 5 ਪਿਆਰੇ ਸਹਿਬਾਨ ਹਨ, 4 ਬਜਰ ਕੁਰੈਤਾਂ ਕਿਸੇ ਕੋਲ ਹੋ ਜਾਣ ਤਾਂ 4 ਦੀਆਂ 4 ਹੀ ਮਾਫ ਕਰ ਦਿੰਦੇ ਨੇ। 101 ਜਪਜੀ ਸਾਹਿਬ ਦਾ ਪਾਠ ਲਾ ਦਿੰਦੇ ਨੇ, ਜਾਂ ਅਖੰਡ ਪਾਠ ਜਾਂ ਸਹਿਜ ਪਾਠ ਦੀ ਸੇਵਾ ਲਾ ਦਿੰਦੇ। ਜੇ 4 ਹੀ ਕਿਸੇ ਕੋਲ ਹੋ ਜਾਣ ਇਹ ਵੀ ਮਾਫ ਹੋ ਜਾਂਦੀਆਂ। ਪਰ ਪਿੰਡਾਂ ਵਾਲੇ ਸੰਤ ਮੋਹਨ ਸੋਹ ਨੇ ਇੱਕ ਪੈਂਫਲੇਟ ਲਿਖਿਆ ਸੀਗਾ, ਜਨਤਕ ਤਾਂ ਨਹੀਂ ਕੀਤਾ, ਉਹ ਮੇਰੇ ਕੋਲ ਪਹੁੰਚਿਆ। ਉਹਦੇ ਵਿੱਚ ਇਹ ਲਿਖਿਆ ਸੀਗਾ ਵੀ ਜਿਹੜਾ ਨਿੰਦਕ ਪੁਰਸ਼ ਹੈ, 5 ਪਿਆਰੇ ਵੀ ਉਹਦੀ ਅਰਦਾਸ ਨਹੀਂ ਕਰਦੇ। ਮਹਾਰਾਜ ਰੱਬ ਖੁਦ ਭਗਵਾਨ ਵੀ ਆ ਜਾਏ ਉਹ ਵੀ ਕਹਿੰਦਾ ਭਾਈ ਨਹੀਂ, ਬਿਲਕੁਲ ਗਲਤ ਗੱਲ ਹੈ। ਤੂੰ ਜਿਹਦੀ ਨਿੰਦਿਆ ਕੀਤੀ ਉਹਦੇ ਕੋਲ ਜਾ, ਇਤਿਹਾਸ ਪੜ੍ਹ ਕੇ ਵੇਖ ਲਓ, ਬਾਣੀ ਪੜ੍ਹ ਕੇ ਵੇਖ ਲਓ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਅਮਰੀਕ ਰਾਜੇ ਦਾ ਪ੍ਰਸੰਗ ਹੈ। ਅਮਰੀਕ ਦੀ ਨਿੰਦਿਆ ਕੀਤੀ, ਵੇਖੋ ਦੁਰਵਾਸ਼ੇ ਨੇ, ਤੇ ਉਹਦੇ ਮਗਰ ਸੁਦਰਸ਼ਨ ਚੱਕਰ ਲੱਗ ਗਿਆ। ਜਿਹੜਾ ਦੁਰਵਾਸ਼ਾ ਸੀਗਾ ਸੁਦਰਸ਼ਨ ਚੱਕਰ ਤੋਂ ਬਚਣ ਲਈ ਸਾਰਿਆਂ ਕੋਲ ਗਿਆ, ਬ੍ਰਹਮਾ ਕੋਲ ਗਿਆ, ਸ਼ਿਵ ਜੀ ਕੋਲ ਗਿਆ, ਸਾਰੇ ਦੇਵੀ ਦੇਵਤਿਆਂ ਦੇ ਨੇ ਪੈਰ ਫੜੇ। ਉਹ ਕਹਿੰਦੇ ਨਹੀਂ ਬਈ ਤੂੰ ਭਗਤ ਦੀ ਨਿੰਦਿਆ ਕੀਤੀ ਹੈ, ਭਗਤ ਕੀ ਨਿੰਦਾ ਕੰਧ ਛੇਦਾਵੇ। ਇਹ ਤਾਂ ਪੱਥਰ ਨੂੰ ਵੀ ਪਾੜ ਦਿੰਦੀ ਹੈ ਜਿਹੜੀ ਨਿੰਦਿਆ ਹੁੰਦੀ ਹੈ। ਇਸ ਵਾਸਤੇ ਵੀ ਆਪਣਾ ਬੇਵਸੀ ਹੈ, ਕੋਈ ਵਾਹ ਨਹੀਂ। ਜਿਹਦਾ ਸੁਦਰਸ਼ਨ ਚੱਕਰ ਹੈ ਉਹਨੂੰ ਜਾ ਕੇ ਕਹਿ, ਵਿਸ਼ਨੂੰ ਨੇ ਛੱਡਿਆ ਸੀਗਾ ਉਹਦੇ ਪੈਰ ਜਾ ਕੇ ਫੜੇ, ਕਹਿੰਦੇ ਭਾਈ ਇਹ ਮੇਰੇ ਵੀ ਵੱਸੋਂ ਬਾਹਰ ਹੈ। ਉਹਦੇ ਭਗਤੀ ਦੇ ਪ੍ਰਤਾਪ ਕਰਕੇ ਉਹਦੇ ਦਰਵਾਜ਼ੇ 'ਤੇ ਸੁਦਰਸ਼ਨ ਚੱਕਰ ਰੱਖਿਆ ਲਈ ਹਮੇਸ਼ਾ ਚੱਲਦਾ ਰਹਿੰਦਾ ਸੀ। ਅਤੇ ਪਰ ਤੂੰ ਨਿੰਦਿਆ ਕੀਤੀ ਹੈ, ਹੁਣ ਮੈਂ ਵੀ ਨਹੀਂ ਇਹਨੂੰ ਛਡਾ ਸਕਦਾ। ਸੁਦਰਸ਼ਨ ਚੱਕਰ ਦੇ ਕ੍ਰੋਧ ਤੋਂ ਤੈਨੂੰ ਨਹੀਂ ਛਡਾ ਸਕਦਾ। ਤੂੰ ਇਉਂ ਕਰ, ਕਹਿੰਦਾ ਜੀ ਕੋਈ ਯਤਨ, ਕਹਿੰਦੇ ਤੂੰ ਅਮਰੀਕ ਦੇ ਪੈਰੀਂ ਪੈ ਜਾ। ਮਾਰੀ ਦਾ ਅਮਰੀਕ ਛਡਾਇਆ, ਫਿਰ ਅਮਰੀਕ ਦੇ ਪੈਰੀਂ ਪਿਆ ਵੀ ਭਗਤਾ ਮੈਨੂੰ ਮਾਫ ਕਰ ਦੇ। ਫਿਰ ਉਹਨੂੰ ਮਰਦੇ ਨੂੰ ਸੁਦਰਸ਼ਨ ਚੱਕਰ ਦੇ ਕ੍ਰੋਧ ਤੋਂ, ਨਹੀਂ ਤਾਂ ਗਲਾ ਵੱਢ ਦੇਣਾ ਸੀ। ਅਮਰੀਕ ਨੇ ਛਡਾਇਆ ਦਰਵਾਸੇ ਨੂੰ। ਇਹ ਨਿਯਮ ਹੈ। ਬਾਕੀ ਸਭ ਗਲਤੀਆਂ ਮਾਫ ਹੋ ਜਾਂਦੀਆਂ, ਪਰ ਨਿੰਦਿਆ ਕਰਨ ਵਾਲੀ ਗਲਤੀ ਨਾ ਤਾਂ ਗੁਰੂ ਜੀ ਮਾਫ ਕਰਦੇ, ਨਾ 5 ਪਿਆਰੇ ਮਾਫੀ ਲਿਆਉਂਦੇ, ਅਤੇ ਨਾ ਹੀ ਰੱਬ ਮਾਫ ਕਰਦਾ। ਹਾਂ ਜੇ ਮਾਫੀ ਮਿਲ ਸਕਦੀ ਹੈ, ਜਿਹਦੀ ਨਿੰਦਿਆ ਕੀਤੀ ਹੋਵੇ ਉਹਦੇ ਪੈਰ ਫੜ ਲਓ, ਉਹਦੇ ਮਨ ਮੇਰ ਪੈ ਜਾਏ ਤਾਂ ਤੇ ਭਾਈ ਭਲਾ ਹੈ, ਨਹੀਂ ਤਾਂ ਬੜੀ ਮੁਸ਼ਕਿਲ ਪੈ ਜਾਂਦੀ। ਸੱਪ ਦਾ ਜਿਹੜਾ ਡੰਗਿਆ ਹੈ ਉਹਦਾ ਵੀ ਮੰਤਰ ਹੈ। ਗਾਰਡੂ ਮੰਤਰ ਪੜ੍ਹ ਕੇ ਜ਼ਹਿਰ ਨਹੀਂ ਚੜ੍ਹਦੀ। ਕੋਈ ਉਹ ਡੰਗ ਡੁੰਗ ਵਾਜੇ ਉਹਦਾ ਵੀ ਮੰਤਰ ਮੁੰਤਰ, ਅੱਜ ਨੂੰ ਕਹਿੰਦੇ ਹਥੌੜਾ, ਹੱਥ ਹੌਲਾ ਕਰ ਦਿੰਦੇ ਨੇ। ਜਿਹੜਾ ਤਾਪ ਤੂਪ ਚੜ੍ਹਦਾ ਇਹਦਾ ਵੀ ਹੱਥ ਹੌਲਾ ਕਰ ਦਿੰਦੇ, ਕੋਈ ਮੰਤਰ ਹੈ। ਹਰੇਕ ਚੀਜ਼ ਦਾ ਮੰਤਰ ਹੈ। ਪਰ ਸਾਧ ਸੰਗਤ ਜੀਓ, ਨਿੰਦਕ ਦਾ ਜਿਹੜਾ ਮੰਤਰ ਹੈ ਦਾਰੂ ਹੈ, ਰੱਬ ਨੇ ਵੀ ਨਹੀਂ ਬਣਾਇਆ, ਪਤਾ ਨਹੀਂ ਕਿਉਂ, ਇਹਦਾ ਕੋਈ ਇਲਾਜ ਨਹੀਂ ਹੈ।
ਮਹੱਲਾ ਪੰਜਵਾ। ਅਵਖਦ ਸਭੇ ਕੀਤੇ ਹਨ। ਸਾਰੇ ਕਿਸਮਾਂ ਦੀਆਂ ਦਵਾਈਆਂ ਕੀਤੀਆਂ ਜਾਂਦੀਆਂ ਨੇ, ਪਰ ਨਿੰਦਕ ਕਾ ਦਾਰੂ ਨਾ ਹੈ। ਜਿਹੜਾ ਨਿੰਦਿਆ ਕਰਨ ਵਾਲਾ ਹੈ ਇਹਦਾ ਕੋਈ ਦਾਰੂ, ਕੋਈ ਦਵਾ ਨਹੀਂ, ਕੋਈ ਇਲਾਜ ਨਹੀਂ। ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਏ। ਮਾਰੇ ਕਹਿੰਦੇ ਨਿੰਦਕਾਂ ਨੂੰ ਆਪ ਹੀ ਰੱਬ ਨੇ ਭੁਲਾਇਆ ਹੋਇਆ। ਇਹ ਫਸ ਫਸ ਕੇ ਨਿੰਦਿਆ ਦੇ ਵਿੱਚ ਜੂਨਾਂ 'ਚ ਖੇ ਖਰਾਬ ਹੁੰਦੇ ਹਨ। ਸਾਧਕਾ ਨਿੰਦਕ ਕੈਸੇ ਤਰੈ। ਸੰਤਾਂ ਮਹਾਤਮਾ ਦਾ ਨਿੰਦਕ ਦੱਸੋ ਕਿਵੇਂ ਤਰ ਸਕਦਾ ਹੈ। ਸਾਰ ਪਰ ਜਾਨਾ ਹੋ ਨਰਕ ਹੀ ਪਰੈ। ਜਾਣੋ ਨਿਸ਼ਚੇ ਕਰਕੇ ਜ਼ਰੂਰ ਪਰ ਜ਼ਰੂਰ ਉਹ ਪੁਰਖ ਨਰਕਾਂ ਦੇ ਵਿੱਚ ਪੈਂਦਾ ਹੈ। ਰਹਾਉ ਨਰਕ ਕੋਰ ਬੋਤੋਖ ਕਣੇ ਇਕਰਤ ਕਣਾ ਕਾ ਥਾਨ। ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ। ਐਸੇ ਅਕਿਰਤ ਕਾ ਨਿੰਦਕ ਪੁਰਸ਼ਾਂ ਦਾ ਜੀਵਨ ਹੈ। ਸਰ ਪਰ ਜਾਨਾ ਹੋ ਨਰਕ ਹੀ ਪਰੈ। ਜ਼ਰੂਰ ਪਰ ਜ਼ਰੂਰ ਨਿਸ਼ਚੇ ਕਰਕੇ ਜਾਣੋ ਕਿ ਉਹ ਪੁਰਖ ਨਰਕਾਂ 'ਚ ਹੀ ਪੈਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੇ ਉਹ ਗ੍ਰਹਣ ਕਰੈ ਕੁਲ ਖੇਤ। ਜੇਕਰ ਉਹ ਕੁਰਕਸ਼ੇਤਰ ਦੀ ਧਰਤੀ 'ਤੇ ਸੂਰਜ ਗ੍ਰਹਿਣ ਲੱਗੇ ਤੋਂ ਦਾਨ ਪੁੰਨ ਵੀ ਭਾਵੇਂ ਕਰੇ, ਜਾਂ ਸੂਰਜ ਗ੍ਰਹਿਣ ਲੱਗੇ ਚੌਥੇ ਕੁਰਕਸ਼ੇਤਰ 'ਚ ਜਾ ਕੇ ਪੁਰਬ ਨੂੰ ਮਨਾਉਣਾ ਕਰੇ ਜਾਂ ਇਸ਼ਨਾਨ ਕਰੇ। ਅਰਪੈ ਨਾਰ ਸੀਗਾਰ ਸਮੇਤ। ਸੋਨਾ ਚਾਂਦੀ ਸੁਹੱਪਣ ਸਮੱਗਰੀ ਸਹਿਤ ਸ਼ਿੰਗਾਰ ਕੇ ਆਪਣੀ ਇਸਤਰੀ ਪੰਡਤਾਂ ਆਦਿਕ ਨੂੰ ਕੁਰਕਸ਼ੇਤਰ ਵਿੱਚ ਭੇਟਾ ਕਰ ਦੇਵੇ, ਭਾਵ ਦਾਨ ਕਰ ਦੇਵੇ। ਕਿਉਂਕਿ ਕਰਮਕਾਂਡੀ ਲੋਕਾਂ ਨੇ ਸੂਰਜ ਗ੍ਰਹਿਣ ਲੱਗੇ 'ਚ ਕੁਰਕਸ਼ੇਤਰ ਦੀ ਧਰਤੀ 'ਤੇ ਜਾ ਕੇ ਆਪਣੀ ਇਸਤਰੀ ਨੂੰ ਦਾਨ ਕਰਨਾ ਬਹੁਤ ਪੁੰਨ ਮੰਨਿਆ ਹੈ। ਅਤੇ ਫਿਰ ਦਾਨ ਕਰਕੇ ਮੂੰਹ ਮੰਗਿਆ ਦਾਨ ਉਹਨਾਂ ਨੂੰ ਦੇਣਾ। ਕਈ ਲਾਲਚ ਵਿੱਚ ਨਾ ਮੋੜਦੇ ਤਾਂ ਫਿਰ ਕਈ ਖੁਦਕੁਸ਼ੀ ਕਰ ਜਾਂਦੀਆਂ ਰਾਣੀਆਂ। ਇਸ ਤਰ੍ਹਾਂ ਸਗਲੀ ਸਿਮਰਤ ਸ਼ਰਵਨੀ ਸੁਣੈ। ਭਾਵੇਂ ਸਾਰੀਆਂ ਸਿਮਰਤੀਆਂ ਨੂੰ ਕੰਨਾਂ ਨਾਲ ਵੀ ਸੁਣੇ। ਕਰੈ ਨਿੰਦ ਕਵਨਾ ਨਹੀਂ ਗੁਨਾ। ਜੇਕਰ ਉਹ ਫਿਰ ਸਤਸੰਗ ਜਾਂ ਸਾਧੂਆਂ ਦੀ ਨਿੰਦਿਆ ਕਰਦਾ ਹੈ ਤਾਂ ਉਹਦਾ ਕੀਤਾ ਦਾਨ ਪੁੰਨ ਜਾਂ ਸਿਮਰਤੀਆਂ ਆਦਿਕਾਂ ਦਾ ਸੁਣਿਆ ਪਾਠ ਕਿਸੇ ਵੀ ਗੁਣ ਭਾਵ ਲੇਖੇ ਵਿੱਚ ਨਹੀਂ ਪੈਂਦਾ ਹੈ। ਜੇ ਉਹ ਅਨਕ ਪ੍ਰਸਾਦ ਕਰਾਵੈ। ਜੇਕਰ ਉਹ ਬਹੁਤ ਪ੍ਰਕਾਰ ਦੇ ਪ੍ਰਸ਼ਾਦ ਭੋਜਨ ਬ੍ਰਾਹਮਣਾਂ ਨੂੰ ਕਰਾਉਣਾ ਕਰੇ, ਭਾਵ ਖਿਲਾਉਣਾ ਕਰੇ, ਠਾਕੁਰਾਂ ਆਦਿਕਾਂ ਨੂੰ ਭੋਗ ਲਗਾਉਣਾ ਕਰੇ। ਭੂਮਦਾਨ ਸੋਭਾ ਮੰਡਪ ਪਾਵੈ। ਜੇਕਰ ਧਰਤੀ ਦਾ ਦਾਨ ਕਰੇ, ਹਵੇਲੀਆਂ ਆਦਿਕ ਬਣਾ ਕੇ ਦਾਨ ਕਰਕੇ ਲੋਕਾਂ 'ਚ ਸੋਭਾ ਜਸ ਪਾਉਣਾ ਕਰੇ, ਜਾਂ ਭੂਮੀ ਦਾਨ ਕਰਕੇ ਜਗਤ ਵਿੱਚ ਸੋਭਾ ਪਾਉਣਾ ਕਰੇ, ਜਾਂ ਭੂਮੀ ਦਾ ਦਾਨ ਕਰੇ ਸਭਾ ਵਾਲੀਆਂ ਥਾਵਾਂ ਬਣਾ ਕੇ ਲੋਕਾਂ ਵਿੱਚ ਸੋਭਾ ਪਾਉਣਾ ਕਰੇ। ਆਪਣਾ ਬੇਗਾਰ ਬਿਰਾਨਾ ਸਾਡਾ। ਜੇਕਰ ਭਾਵੇਂ ਆਪਣਾ ਕੰਮ ਵੀ ਵਿਗਾੜ ਕੇ ਬਗਾਨੇ ਪਰਾਏ ਦਾ ਕੰਮ ਸਵਾਰ ਦੇਵੇ, ਇੰਨਾ ਉਪਕਾਰੀ ਵੀ ਕਹਾਉਂਦਾ ਹੋਵੇ। ਕਰੈ ਨਿੰਦ ਬਹੁ ਜੋਨੀ ਹਾਂਡਾ। ਪਰੰਤੂ ਜੇਕਰ ਸਾਧ ਸੰਗਤ 'ਚ ਜਾਂ ਸਾਧੂਆਂ ਦੀ ਨਿੰਦਿਆ ਕਰਦਾ, ਉਹ ਬਹੁਤ ਸਾਰੀਆਂ ਜੂਨੀਆਂ ਦੇ ਵਿੱਚ ਹੰਡਦਾ ਫਿਰਦਾ। ਮੈਂ ਵੇਖਿਆ ਆਪਦੀਆਂ ਅੱਖਾਂ ਨਾਲ। ਇੱਕ ਬਾਬੇ ਨੇ ਬੜਾ ਜ਼ੋਰ ਲਾਇਆ, ਸੇਵਾ ਵੀ ਰੱਜ ਕੇ ਕੀਤੀ, ਅਤੇ ਅਜੀਤ ਸਿੰਘ ਉਹਨਾਂ ਦਾ ਨਾਮ ਸੀਗਾ। ਅਖੰਡ ਪਾਠ ਵੀ ਬੜੇ ਕਰਾਏ, ਪਰ ਉਹਨੂੰ ਸਿੰਘ ਤੰਗ ਕਰਨੋਂ ਨਹੀਂ ਹਟਿਆ। ਸੋ ਨਿੰਦਿਆ ਕਰਨੀ ਤਾਂ ਇੱਕ ਪਾਸੇ ਦੀ, ਲੋਕ ਕਤਲ ਤੱਕ ਵੀ ਕਰ ਦਿੰਦੇ ਹਨ। ਪਤਾ ਨਹੀਂ ਕਿਵੇਂ ਕਤਲ ਕਰਤਾ, ਨਹੀਂ ਪਾਪ ਲੱਥਿਆ। ਸਾਰੀ ਉਮਰ ਵਿਚਾਰਾ ਰੋਂਦਾ ਰਿਹਾ, ਕਹੇ ਮੈਨੂੰ ਦਿਖਾਲੀ ਦਿੰਦਾ, ਅਤੇ ਮਹਾਰਾਜ ਨੇ ਮਾਫੀ ਨਹੀਂ ਦਿੱਤੀ। ਤੋ ਇਸ ਵਾਸਤੇ ਭਾਵੇਂ ਆਪ ਦਾ ਵਿਗਾੜ ਕੇ ਬਗਾਨਾ ਵੀ ਪਰਉਪਕਾਰ ਕਰੇ, ਪਰ ਜੋ ਨਿੰਦਿਆ ਹੈ ਜਾਂ ਕਤਲੇਆਮ ਕੀਤਾ ਹੋਇਆ, ਸੋ ਸਿੰਘਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਤੇ ਉਹਨਾਂ ਦਾ ਕਤਲ ਕਰਵਾ ਦੇਣਾ, ਉਹਨਾਂ ਦਾ ਨੁਕਸਾਨ ਕਰਾ ਦੇਣਾ, ਇਹ ਸਭ ਤੋਂ ਵੱਡਾ ਪਾਪ ਹੈ। ਇਹ ਪਾਪ ਜਿੰਨਾ ਚਿਰ ਦੁਨੀਆ ਰਹੇਗੀ ਸਿਰ ਤੋਂ ਨਹੀਂ ਉਤਰ ਸਕਦਾ ਹੈ। ਨਿੰਦਾ ਕਹਾਂ ਕਰਹੁ ਸੰਸਾਰਾ। ਉਹ ਬੰਦਾ ਜੂਨੀਆਂ 'ਚ ਤੁਰਿਆ ਫਿਰਦਾ ਰਹਿੰਦਾ, ਸੱਪ ਕੁੱਤਾ ਠੂੰਹਾਂ ਆਦਿਕ
ਇਹ ਜਗਤ ਦੇ ਜੀਵੋ, ਤੁਸੀਂ ਸਾਧ ਸੰਗਤ ਦੀ, ਸਾਧੂਆਂ ਦੀ ਨਿੰਦਿਆ ਕਾਹਦੇ ਵਾਸਤੇ ਕਰਦੇ ਹੋ? ਕੁਛ ਮਿਲਦਾ ਤੁਹਾਨੂੰ? ਦੱਸੋ। ਮਜ਼ਦੂਰੀ ਨੂੰ, ਜਿਹੜਾ ਮਜ਼ਦੂਰ ਹੈ ਉਹਨੂੰ ਮਜ਼ਦੂਰੀ ਦਾ ਪੈਸਾ ਮਿਲ ਜਾਂਦਾ, ਹਰੇਕ ਨੂੰ ਕੰਮ ਦਾ ਲਾਭ ਮਿਲਦਾ। ਨਿੰਦਿਆ ਕਰਨ ਵਾਲੇ ਪੁਰਖ ਦੇ ਪੱਲੇ ਦੱਸੋ ਕੀ ਪੈਂਦਾ? ਹੈਰਾਨੀ ਦੀ ਗੱਲ ਹੈ। ਲੋਕਾਂ ਨੂੰ ਹੋਰ ਕੋਈ ਕੰਮ ਨਹੀਂ, ਬਸ ਤਾਸ਼ ਖੇਡੀ ਜਾਣੀ, ਆਉਂਦੇ ਜਾਂਦੇ ਨੂੰ ਵੇਖ ਕੇ ਉਲਟੀਆਂ ਸਿੱਧੀਆਂ ਗੱਲਾਂ ਮਾਰੀ ਜਾਣੀਆਂ। ਇਹ ਵੀ ਕੋਈ ਕੰਮਾਂ ਜੋ ਕੰਮ ਹੈ? ਕੀ ਮਿਲਦਾ? ਕੁਛ ਨਹੀਂ ਮਿਲਦਾ ਹੈ। ਨਿੰਦਕ ਕਾ ਪ੍ਰਗਟ ਪਹਾਰਾ, ਨਿੰਦਿਆ ਕਰਨ ਵਾਲੇ ਪੁਰਖ ਦਾ ਆਪਜਸ ਰੂਪ ਪਸਾਰਾ ਸੰਸਾਰ 'ਚ ਪ੍ਰਤੱਖ ਹੁੰਦਾ ਹੈ। ਭਾਵ ਉਹਦਾ ਆਪਜਸ ਹੁੰਦਾ ਰਹਿੰਦਾ। ਸੰਸਾਰਕ ਪਸਾਰੇ 'ਚ ਨਿੰਦਕ ਪੁਰਖ ਦਾ ਆਪਜਸ ਪ੍ਰਗਟ ਹੁੰਦਾ, ਸਾਰਿਆਂ 'ਚ ਪ੍ਰਗਟ ਹੋ ਜਾਂਦਾ ਵੀ ਇਹ ਨਿੰਦਿਆ ਕਰਨ ਵਾਲਾ ਹੈ, ਇਹਦੇ ਤੋਂ ਬਚ ਕੇ ਰਹੋ। ਨਿੰਦਕ ਸੋਧ ਸਾਧ ਵਿਚਾਰਿਆ, ਨਿੰਦਿਆ ਕਰਨ ਵਾਲੇ ਪੁਰਖਾਂ ਦੇ ਕਰਮਾਂ ਦਾ ਫਲ ਬਾਬਤ ਭਲੀ ਪ੍ਰਕਾਰ ਮਹਾਤਮਾ ਜਨਾਂ ਨੇ ਵੇਦਾਂ ਸ਼ਾਸਤਰਾਂ ਦੁਆਰਾ ਖੋਜ ਕੇ ਵਿਚਾਰਿਆ ਹੈ। ਅਖੀਰ ਇਹੀ ਸਿਧਾਂਤ ਦੱਸਿਆ ਹੈ ਕਿ ਨਿੰਦਕ ਪੁਰਖ ਭਾਵੇਂ ਕਿੰਨੇ ਵੀ ਸਾਧਨ ਕਰ ਲਵੇ, ਉਸ ਦੀ ਕਲਿਆਣ ਨਹੀਂ ਹੁੰਦੀ। ਹੋਰ ਅਵਦਾਸ ਪਾਪੀ ਨਰਕ ਸਿਧਾਰਿਆ, ਇਸ ਲਈ ਭਗਤ ਰਵਿਦਾਸ ਜੀ ਕਹਿੰਦੇ ਕਿ ਨਿੰਦਿਆ ਕਰਨ ਵਾਲਾ ਜਿਹੜਾ ਪਾਪੀ ਗੁਨਾਹੀ ਪੁਰਖ ਹੈ ਉਹ ਨਰਕਾਂ ਦੇ ਵਿੱਚ ਚਲਿਆ ਜਾਂਦਾ ਹੈ। ਜਿਉਂਦਾ ਦੁਖੀ ਰਹਿੰਦਾ, ਮਰ ਕੇ ਨਰਕਾਂ 'ਚ ਪੈਂਦਾ ਹੈ। ਤੁਸੀਂ ਵੇਖੋ ਬਾਬਾ ਪ੍ਰਿਥੀ ਚੰਦ ਦਾ ਉਦਾਹਰਨ ਹੀ ਹੋਇਆ, ਜਿਹੜਾ ਗੁਰੂ ਰਾਮਦਾਸ ਜੀ ਦਾ ਵੱਡਾ ਸਾਹਿਬਜ਼ਾਦਾ ਸੀ। ਆਪਾਂ ਤਾਂ ਕਿਹੜੇ ਭਲਾ ਬਾਗ ਦੀ ਮੂਲੀ ਆ ਵੀ ਸਾਨੂੰ ਮਹਾਰਾਜ ਮਾਫ ਕਰ ਦਊਗਾ। ਰਾਮ ਰਾਜ ਦਾ ਨਹੀਂ ਵੇਖੋ ਉਧਾਰ ਹੋਇਆ। ਤਾਂ ਇਸ ਵਾਸਤੇ ਜੇ ਉਹ ਗੁਰੂ ਮਹਾਰਾਜ ਦੀ ਗੁਰਤਾ ਗੱਦੀ ਦੀ ਉਹਨੇ ਨਿੰਦਿਆ ਕੀਤੀ, ਫਿਰ ਗੁਰੂ ਜੀ ਦੇ ਚਰਨੀ ਲਾ ਕੇ ਉਹਨੇ ਮਾਫੀ ਮੰਗੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ। ਤਾਂ ਸਾਹਿਬ ਕਹਿੰਦੇ ਭਾਈ ਤੈਨੂੰ ਤਾਂ ਬਖਸ਼ ਦਿੰਦੇ ਆ, ਅਤੇ ਪਰ ਤੇਰੀ ਸੰਗਤ ਨਹੀਂ ਬਖਸ਼ਾਂਗੇ, ਜਿਹੜੇ ਤੇਰੇ ਪਿੱਛੇ ਲਾ ਕੇ ਨਿੰਦਿਆ ਕਰਦੇ ਨੇ। ਤਾਂ ਇੰਝ ਇਹਨਾਂ ਗੱਲਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਇੱਕ ਰਾਜਾ, ਉਹਨੇ ਸਾਧ ਸੰਗਤ ਜੀਓ ਜੱਗ ਕੀਤਾ, ਜਿਹਦੇ ਵਿੱਚ 18 ਗੋਤਰਾਂ ਦੇ ਬ੍ਰਾਹਮਣ ਸੱਦੇ। ਅਤੇ ਜਦੋਂ ਉਹਨਾਂ ਲੰਗਰ ਛਕਿਆ ਅਤੇ ਲੰਗਰ ਛਕ ਕੇ ਸਾਰੇ ਹੀ ਮਰ ਗਏ। ਉਹਨੂੰ ਬੜਾ ਅਫਸੋਸ ਹੋਇਆ, ਪਤਾ ਕੁਛ ਲੱਗੇ ਨਾ ਵੀ ਇਹ ਕਿਵੇਂ ਚੜ੍ਹਾਈ ਕਰ ਗਏ। ਰਾਜੇ ਨੂੰ ਇੰਨਾ ਅਫਸੋਸ ਹੋਇਆ, ਉਹਨੇ ਸੋਚਿਆ ਕਿ ਮੇਰੇ ਕਾਰਨ ਹੀ ਸਭ ਕੁਛ ਹੋਇਆ, ਲੰਗਰ ਦੇ ਵਿੱਚ ਕੁਛ ਪੈ ਗਿਆ ਹੋਏਗਾ, ਮੈਂ ਖਿਆਲ ਨਹੀਂ ਰੱਖਿਆ, ਇਹ ਮੇਰੀ ਗਾਫਲਤਾਈ ਹੈ। ਆਪ ਦੇ ਪਾਪ ਦਾ ਪ੍ਰਾਸ਼ਚਿਤ ਕਰਨ ਵਾਸਤੇ ਉਹਨੇ ਰਾਜ ਭਾਗ ਛੱਡ ਦਿੱਤਾ ਅਤੇ ਫਕੀਰ ਸਾਧੂ ਬਣ ਕੇ ਤਪ ਕਰਨ ਲੱਗਾ। ਜਦੋਂ ਭੁੱਖ ਲੱਗਦੀ ਉਹ ਪਿੰਡ ਜਾਂ ਸ਼ਹਿਰ 'ਚ ਆ ਕੇ ਘਰਾਂ 'ਚੋਂ ਮੰਗ ਕੇ ਖਾ ਲੈਂਦਾ, ਬਾਕੀ ਟਾਈਮ ਤਪ ਕਰਦਾ ਰਹਿੰਦਾ। ਇੱਕ ਦਿਨ ਤੁਰਿਆ ਫਿਰਦਾ ਕਿਸੇ ਬ੍ਰਾਹਮਣ ਦੇ ਘਰ ਆ ਗਿਆ। ਉਹਨੇ ਕੁੰਡਾ ਖੜਕਾਇਆ, ਉਹ ਬ੍ਰਾਹਮਣੀ ਨੇ ਪਹਿਚਾਣ ਲਿਆ ਵੀ ਇਹ ਤਾਂ ਉਹੀ ਰਾਜਾ ਹੈ। ਇਹ ਜਿਹੜੀ ਬ੍ਰਾਹਮਣੀ ਸੀ, ਇਹਦਾ ਘਰ ਵਾਲਾ ਰਾਜੇ ਦੇ ਲੰਗਰ 'ਚ ਗਿਆ ਸੀਗਾ, ਮੁੜ ਕੇ ਲੰਗਰ ਕਰਕੇ ਵਾਪਸ ਨਹੀਂ ਆਇਆ, ਉੱਥੇ ਉਹ ਵੀ ਚੜ੍ਹਾਈ ਕਰ ਗਿਆ ਸੀ। ਇਹਨੂੰ ਬ੍ਰਾਹਮਣੀ ਨੂੰ ਗੁੱਸਾ ਸੀਗਾ ਵੀ ਮੇਰਾ ਘਰ ਵਾਲਾ ਰਾਜੇ ਨੇ ਮਾਰਿਆ। ਉਹਨੇ ਪਹਿਚਾਣ ਲਿਆ ਵੀ ਤਾਂ ਉਹੀ ਰਾਜਾ ਸਾਧ ਬਣਿਆ ਹੋਇਆ। ਕਹਿੰਦੀ ਵਾਹ ਬਈ ਵਾਹ, ਬੱਲੇ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਹ ਆਮ ਹੀ ਕਹਾਵਤ ਹੈ ਨਾ ਲੋਕਾਂ ਦੀ, ਵੀ ਤੂੰ ਇੰਨੇ ਬ੍ਰਾਹਮਣ ਮਾਰ ਕੇ ਹੁਣ ਤੂੰ ਸਾਧ ਬਣਿਆ ਹੋਇਆ, ਇਸ ਤਰ੍ਹਾਂ ਦੇ ਨਹੀਂ ਤੇਰਾ ਭਾਰ ਉਤਾਰਾ ਹੋਣਾ ਰਾਜਨ। ਜਾ ਨਿਕਲ ਜਾ, ਮੇਰੀਆਂ ਅੱਖਾਂ ਤੋਂ ਦੂਰ ਹੋ ਜਾ, ਤੂੰ ਮੇਰੇ ਘਰ ਵਾਲੇ ਨੂੰ ਮਾਰਿਆ। ਉਹ ਵਿਚਾਰਾ ਮਾਫੀ ਮੰਗੀ ਜਾਏ, ਬੀਬੀ ਭੈਣਾ ਵੀ ਮੇਰੀ ਗਲਤੀ ਕੋਈ ਨਹੀਂ, ਮੈਨੂੰ ਕੁਛ ਪਤਾ ਨਹੀਂ ਵੀ ਕੀ ਹੋਇਆ, ਮੈਂ ਤਾਂ ਆਪ ਦੇ ਕਰਮਾਂ ਨੂੰ ਕੋਸਦਾ। ਅਸਲ ਦੇ ਵਿੱਚ ਹੋਇਆ ਸੀ ਇੰਝ, ਓਪਨ ਦੇ ਵਿੱਚ ਭੱਠੀ ਦੇ ਉੱਪਰ ਦੇਗਚਾ ਰੱਖਿਆ ਅਤੇ ਵਿੱਚ ਖੀਰ ਰਿੱਝ ਰਹੀ ਸੀ। ਜਿਹੜਾ ਲਾਂਗਰੀ ਸੀਗਾ ਉਹ ਪਲਟਾ ਮਾਰਦਾ ਮਾਰਦਾ ਖੀਰ ਦੇ ਪਾਸੋਂ ਦੂਰ ਹੋ ਗਿਆ, ਕੰਮ ਕਾਰ ਕਰਨ ਲਈ ਇੱਧਰ ਉੱਧਰ ਚਲਾ ਗਿਆ। ਅਤੇ ਕੀ ਹੋਇਆ ਕਿ ਉੱਪਰ ਦੀ ਇੱਕ ਇੱਲ ਲੰਘ ਰਹੀ ਸੀ। ਇੱਲ ਨੇ ਆਪਦੇ ਪੰਜਿਆਂ ਵਿੱਚ ਮਰਿਆ ਸੱਪ ਫੜਿਆ ਹੋਇਆ ਸੀ।
ਜਿਹੜਾ ਬੜਾ ਜ਼ਹਿਰੀਲਾ ਸੀ। ਜਦ ਇੱਲ ਦੇਗ ਜਿਹਦੇ ਉੱਪਰ ਦੀ ਲੰਘਣ ਲੱਗੀ, ਉਹ ਥੋੜ੍ਹਾ ਜਿਹਾ ਨੀਵਾਂ ਸੀਗੀ ਇੱਲ, ਉਹ ਨੀਵੀਂ ਉੱਡ ਰਹੀ ਸੀ, ਅਤੇ ਅੱਗ ਦੀ ਸੇਕ ਕਰਕੇ, ਭਾਫ ਕਰਕੇ ਉਹਨੂੰ ਸੇਕ ਲੱਗਾ, ਅਤੇ ਉਹ ਥੋੜ੍ਹੀ ਜਿਹੀ ਤਬਕ ਗਈ। ਤਬਕ ਕੇ ਉਹਦੇ ਪੰਜਿਆਂ 'ਚੋਂ ਸੱਪ ਗਿਆ ਛੁੱਟ। ਮਰਿਆ ਸੱਪ ਜਿਹੜਾ ਜ਼ਹਿਰੀਲਾ ਸੀਗਾ ਉਹ ਖੀਰ ਦੇ ਦੇਗਚੇ 'ਚ ਪੈ ਗਿਆ। ਲੱਕੜਾਂ ਦੀ ਅੱਗ ਦੇ ਖੀਰ ਰਿੱਝ ਰਹੀ ਸੀ। ਲਾਂਗਰੀ ਆਇਆ ਅਤੇ ਉਹ ਫੂਕਾ ਫਾਕਾ ਮਾਰਦਾ, ਉਹਦੀਆਂ ਅੱਖਾਂ ਦੇ ਵਿੱਚ ਧੂੰਆਂ ਪੈ ਗਿਆ, ਬਾਕੀ ਵਿੱਚੋਂ ਭਾਫ ਨਿਕਲ ਰਹੀ ਸੀ। ਖੀਰ 'ਚ ਦੇਖ ਕੁਛ ਨਹੀਂ ਸੀ ਰਿਹਾ ਵੀ ਕੀ ਬਣ ਰਿਹਾ, ਨਾ ਹੀ ਉਹਨੇ ਧਿਆਨ ਨਾਲ ਚੰਗੀ ਤਰ੍ਹਾਂ ਵੇਖਿਆ। ਜੇ ਚੰਗੀ ਤਰ੍ਹਾਂ ਦੇਖਦਾ ਵੀ ਤਾਂ ਉਹ ਸੱਪ ਨੇ ਦੇਖ ਵੀ ਪੈਣਾ ਸੀਗਾ। ਆਉਂਦਿਆਂ ਸਾਰੀ ਪਲਟਾ ਠਾ ਠਾ ਮਾਰਨ ਲੱਗ ਪਿਆ। ਉਹ ਵਿੱਚ ਹੀ ਮਿਕਸਅਪ ਹੋ ਗਿਆ, ਉਹਦਾ ਜ਼ਹਿਰ ਵਿੱਚ ਹੀ ਰਲ ਰੁੜ ਗਿਆ ਖੀਰ ਦੇ, ਪਤਾ ਲੱਗਾ ਕੋਈ ਨਹੀਂ। ਉਹ ਜਿਨ੍ਹਾਂ ਖੀਰ ਖਾਧੀ, ਖੀਰ ਖਾ ਕੇ ਸਾਰੇ ਮਰ ਗਏ। ਉਹ ਪਾਪ ਰਿਜ਼ਰਵ ਪਿਆ ਸੀਗਾ। ਜੇ ਤਾਂ ਲਾਂਗਰੀ ਨੂੰ ਪਤਾ ਹੁੰਦਾ, ਉਹਨੇ ਜਾਣ ਬੁੱਝ ਕੇ ਸੱਪ ਰਿੰਨਿਆ ਹੁੰਦਾ, ਕੋਈ ਮਨ 'ਚ ਪਾਪ ਹੁੰਦਾ, ਫਿਰ ਉਹਨੂੰ ਪਾਪ ਉਹਨੂੰ ਲੱਗਣਾ ਸੀਗਾ ਮਰੇ ਬ੍ਰਾਹਮਣਾਂ ਦਾ। ਅਤੇ ਜੇ ਰਾਜੇ ਨੇ ਜਾਣ ਬੁੱਝ ਕੇ ਬ੍ਰਾਹਮਣਾਂ ਨੂੰ ਜ਼ਹਿਰੀਲੀ ਖੀਰ ਖਵਾ ਕੇ ਮਾਰਿਆ ਹੁੰਦਾ ਤਾਂ ਪਾਪ ਰਾਜੇ ਨੂੰ ਲੱਗਣਾ ਸੀਗਾ। ਉਹ ਪਾਪ ਰੱਬ ਦੇ ਖਾਤੇ ਦੇ ਵਿੱਚ ਘਰ ਰਿਜ਼ਰਵ ਪਿਆ ਸੀ, ਕਿਸੇ ਨੂੰ ਲੱਗਾ ਨਹੀਂ ਸੀ ਅਜੇ ਬ੍ਰਾਹਮਣ ਮਰਿਆਂ ਦਾ ਪਾਪ। ਜਦੋਂ ਬ੍ਰਾਹਮਣੀ ਨੇ ਨਿੰਦਿਆ ਕੀਤੀ, ਨਿੰਦਿਆ ਦਾ ਮਤਲਬ ਇਹ ਹੈ ਵੀ ਹੋਵੇ ਕੁਛ ਹੋਰ, ਕਹਿ ਕੁਛ ਹੋਰ ਹੀ ਦੇਣਾ। ਰਾਜਾ ਨਿਰਦੋਸ਼ ਸੀਗਾ, ਉਹਨੇ ਰਾਜੇ 'ਤੇ ਦੋਸ਼ ਲਾਤਾ ਬਿਨਾਂ ਕਿਸੇ ਸਬੂਤ ਤੋਂ ਕਿ ਤੂੰ ਬ੍ਰਾਹਮਣਾਂ ਦਾ ਹਥਿਆਰਾ ਹੈ, ਤੂੰ ਮੇਰੇ ਪਤੀ ਨੂੰ ਮਾਰਿਆ ਲੰਗਰ ਖਵਾ ਕੇ। ਉਹ ਇੱਕਦਮ ਜਦ ਰਾਜੇ ਦੀ ਨਿੰਦਿਆ ਕੀਤੀ, ਰਾਜਾ ਇੱਕ ਚੰਗਾ ਇਨਸਾਨ ਸੀਗਾ, ਧਰਮੀ ਸੀਗਾ, ਬਾਕੀ ਫਕੀਰੀ ਲਿਬਾਸ ਦੇ ਵਿੱਚ ਤਾਂ ਉਹ ਵੈਸੇ ਵੀ ਧਰਮ ਕਮਾ ਰਿਹਾ ਸੀ। ਜਦ ਰਾਜੇ ਦੀ ਨਿੰਦਿਆ ਕੀਤੀ, ਸੰਤ ਦੀ ਨਿੰਦਿਆ ਹੋ ਗਈ, ਤਾਂ ਉਹ ਬ੍ਰਾਹਮਣੀ ਨੂੰ ਜਿਹੜਾ ਰਿਜ਼ਰਵ ਪਿਆ ਪਾਪ ਸੀਗਾ, ਉਹ ਨਿੰਦਕ ਹੋਣ ਕਰਕੇ ਉਹਨੂੰ ਲੱਗ ਗਿਆ। ਉਸੇ ਵਕਤੀ ਕੋੜ ਦੇ ਨਾਲ ਉਹ ਚੜ੍ਹਾਈ ਕਰ ਗਈ। ਇਸ ਲਈ ਭਗਤ ਸਾਨੂੰ ਬਾਰ-ਬਾਰ ਇਹੀ ਗੱਲ ਸਮਝਾਉਂਦੇ ਨੇ, ਇਹਨਾਂ ਦੀ ਕਿਉਂਕਿ ਨਿੰਦਿਆ ਹੁੰਦੀ ਰਹੀ ਸੀ। ਦੁਨੀਆ ਨੇ ਦੁਖੀ ਕਰ ਮਾਰਿਆ, ਜ਼ਿੰਦਗੀ ਜਿਉਣੀ ਦੁੱਭਰ ਕਰ ਦਿੱਤੀ। ਭਾਵੇਂ ਕਿਸੇ ਕੋਲੋਂ ਮੰਗ ਕੇ ਨਹੀਂ ਸੀ ਖਾਂਦੇ, ਪਰ ਲੋਕ ਵੇਖ ਕੇ ਉਹ ਨਹੀਂ ਸੀ ਜਰਦੇ। ਪਤਾ ਨਹੀਂ ਕੀ ਗੱਲ ਹੈ, ਧਰਮੀ ਬੰਦਿਆਂ ਤੋਂ ਦੁਨੀਆ ਗੁੱਸੇ ਕਿਉਂ ਹੁੰਦੀ ਹੈ। ਸ਼ਰਾਬੀ ਕਬਾਬੀ ਪੁੱਤ ਹੋਵੇ, ਸਕੇ ਮਾਂ ਪਿਓ ਦੇ ਤੇ ਖੁਸ਼ ਰਹਿਣਗੇ ਵੀ ਵਾਹ ਪੁੱਤ ਵਾਹ ਬਈ ਵਾਹ। ਅਤੇ ਜੇ ਕੋਈ ਗੁਰਦੁਆਰੇ ਆਉਣਾ ਸ਼ੁਰੂ ਕਰ ਦੇ, ਗਾਤਰਾ ਪਾ ਦੇ, ਉਸ ਵੇਲੇ ਤਾਪ ਚੜ੍ਹ ਜਾਂਦਾ ਮੈਨੂੰ ਮਾਫ਼ ਕਰਨਾ। ਇਹ ਆਮ ਗੱਲਾਂ ਹੁੰਦੀਆਂ ਨੇ। ਅਤੇ ਇਸ ਲਈ ਦੂਜੇ ਨੂੰ ਤਾਂ ਭਲਾ ਆਪਾਂ ਕੀ ਲਾਈਕ ਕਰਨਾ। ਕਬੀਰ ਜੀ ਕਹਿੰਦੇ ਭਲਿਓ ਮਾਨਸੋ, ਰੱਬ ਦੇ ਘਰ ਦਾ ਇਹ ਨਿਆਂ ਹੈ, ਅਸੀਂ ਤੁਹਾਨੂੰ ਦੱਸਦੇ ਹਾਂ। ਗੌੜੀ ਦੀ ਜਿਹੜੀ ਪਹਿਲੀ ਵਾਰ ਹੈ ਉਹ ਵੀ ਤੁਸੀਂ ਪੜ੍ਹ ਕੇ ਵੇਖ ਲਿਓ ਆਪਣੇ ਆਪ। ਵਾਰ ਬੜੀ ਲੰਬੀ ਹੈ, ਜੇ ਮੈਂ ਸਾਰੀ ਪੜ੍ਹਨੀ ਸ਼ੁਰੂ ਕਰ ਦਿੱਤੀ ਅਤੇ ਸਮਾਂ ਉਹਨਾਂ ਕੀ ਹੈ। ਗੁਰੂ ਰਾਮਦਾਸ ਜੀ ਨੇ ਉਹ ਵਾਰ ਲਿਖੀ ਹੈ, ਗੌੜੀ ਕੀ ਵਾਰ। ਪਹਿਲੀ ਵਾਰ ਅਤੇ 2 ਵਾਰਾਂ ਹਨ। ਪਹਿਲੀ ਵਾਰ ਦੇ ਵਿੱਚ ਜਿਨ੍ਹਾਂ ਗੁਰੂ ਅਮਰਦਾਸ ਜੀ ਦੀ ਨਿੰਦਿਆ ਕੀਤੀ ਉਹਨਾਂ ਦਾ ਹਾਲ ਲਿਖਿਆ ਹੋਇਆ ਹੈ, ਅਤੇ ਸਾਰੀਆਂ ਗੱਲਾਂ ਸਪਸ਼ਟ ਲਿਖੀਆਂ ਹੋਈਆਂ ਕਿ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ। ਜੋ ਰੱਬ ਦੇ ਘਰ ਵਰਤਦਾ ਉਹ ਮੈਂ ਤੁਹਾਨੂੰ ਕਹਿ ਕੇ ਸੁਣਾਇਆ, ਆਪਦੇ ਕੋਲੋਂ ਨਹੀਂ ਕੁਝ ਆਖਿਆ, ਜੋ ਵੇਖਿਆ ਸੋ ਸੁਣਾਇਆ। ਇਸ ਲਈ ਕਬੀਰ ਜੀ ਵੀ ਸਮਝਾਉਂਦੇ ਨੇ, ਗੌੜੀ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ। ਇਹ ਨਿੰਦਕ ਪੁਰਸ਼ੋ, ਇਹ ਲੋਕੋ ਮੇਰੀ ਨਿੰਦਿਆ ਕਰੋ, ਰੱਜ ਕੇ ਕਰੋ ਨਿੰਦਿਆ। ਨਿੰਦਾ ਤਾਂ ਸੰਤਾਂ ਜਨਾਂ ਨੂੰ ਭਗਤਾਂ ਨੂੰ ਬਹੁਤ ਚੰਗੀ ਅਤੇ ਪਿਆਰੀ ਹੈ। ਨਿੰਦਾ ਬਾਪ ਨਿੰਦਾ ਮੈਂ ਤਾਰੀ, ਨਿੰਦਾ ਸਾਡਾ ਪਿਓ ਨਿੰਦਾ ਹੀ ਮਾਂ ਹੈ। ਰਹਾਉ ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੇ ਬਸਾਈਐ। ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੀ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਕਬੀਰ ਜੀ ਕਹਿੰਦੇ ਸਾਨੂੰ ਤਾਂ ਨਿੰਦਾ ਬੜੀ ਸ੍ਰੇਸ਼ਟ ਹੈ, ਸਾਡੇ ਲਈ ਤਾਂ ਭਲੀ ਹੈ, ਵਧੀਆ ਗੱਲ ਹੈ। ਆਪਦੇ ਔਗਣਾ ਗਲਤੀਆਂ ਦਾ ਪਤਾ ਨਹੀਂ ਹੁੰਦਾ, ਦੂਜਾ ਦੱਸ ਦਿੰਦਾ, ਬੰਦਾ ਗਲਤੀ ਸੁਧਾਰ ਸਕਦਾ।
ਪਰ ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਿਆ ਕਰਨ ਵਾਲਾ ਨਿੰਦਕ ਪੁਰਸ਼ ਤਾਂ ਡੁੱਬ ਗਿਆ, ਅਸੀਂ ਪਾਰ ਉਤਰ ਗਏ। ਇਸ ਲਈ ਗੌਂਡ ਰਾਗ ਦੀ ਸਮਾਪਤੀ ਕਰਦੇ ਆ। ਰਵਿਦਾਸ ਭਗਤ ਜੀ ਫਰਮਾਉਂਦੇ ਹਨ, ਨਿੰਦਕ ਸੋਧ ਸਾਧ ਵਿਚਾਰਿਆ। ਇਹ ਗੱਲ ਹਵਾ 'ਚ ਡਾਂਗ ਨਹੀਂ ਮਾਰ ਰਹੇ ਆਪਾਂ, ਹਵਾ ਦੇ ਗੁਬਾਰੇ ਨਹੀਂ ਛੱਡ ਰਹੇ H2 ਹਾਈਡਰੋਜਨ ਦੇ। ਇਹ ਸੋਲਿਡ ਗੱਲ, ਇਹ ਉਪਦੇਸ਼ ਜਿਹੜਾ ਚੰਗੀ ਤਰ੍ਹਾਂ ਸੋਚ ਕੇ ਸਮਝ ਕੇ ਸੰਗਤ ਜਿਹੜੀ ਗੱਲ ਕਰੀਦੀ ਹੈ ਉਹ ਚੰਗੀ ਤਰ੍ਹਾਂ ਵਿਚਾਰ ਕੇ ਸਟੱਡੀ ਤਿਆਰੀ ਕਰਕੇ ਤੋ ਭਗਤਾਂ ਨੂੰ ਤਾਂ ਜੋ ਰੱਬ ਵੱਲੋਂ ਇਲਹਾਮ ਹੋਇਆ ਉਹੀ ਉਹਨਾਂ ਨੇ ਆਖਿਆ। ਇਹ ਨਾ ਸਮਝੋ ਵੀ ਅਸੀਂ ਆਪਣੇ ਕੋਲੋਂ ਜਾਂ ਵੈਸੇ ਹੀ ਗੱਲਾਂ ਤੁਹਾਡੇ ਨਾਲ ਕਰ ਰਹੇ ਹਾਂ। ਇਹ ਚੰਗੀ ਤਰ੍ਹਾਂ ਸੋਧ ਸਾਧ ਕੇ ਖੋਜ ਕੇ ਅਸਾਂ ਨੇ ਵਿਚਾਰਿਆ, ਇਹੀ ਸਿਧਾਂਤ ਕੱਢਿਆ ਹੈ ਕਿ ਨਿੰਦਕ ਬੰਦਾ ਭਾਵੇਂ ਕਿੰਨੇ ਮਰਜ਼ੀ ਸਾਧਨ ਕਰ ਲੈ, ਉਹਦੀ ਕਲਿਆਣ ਮੁਕਤੀ ਨਹੀਂ ਜੇ ਹੁੰਦੀ। ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਭਗਤ ਰਵਿਦਾਸ ਜੀ ਇਹ ਸਿਧਾਂਤ ਦਾ ਬਚਨ ਕਹਿੰਦੇ ਹਨ, ਸੋਧਤ ਸੋਧ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਗਾਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਦੀ ਜ਼ਬਾਨ ਨਾਲ ਵਾਹਿਗੁਰੂ ਆਖੋ। ਨਿੰਦਿਆ ਕਰਨ ਵਾਲਾ ਪਾਪੀ ਗੁਨਾਹੀ ਪੁਰਖ ਨਰਕਾਂ 'ਚ ਜਾਂਦਾ ਜੇ। ਇਸ ਲਈ ਵਾਹਿਗੁਰੂ ਦਾ ਨਾਮ ਹੀ ਜਪੀਏ, ਜਿਸ ਕਰਕੇ ਸਾਡਾ ਪਾਰ ਉਤਾਰਾ ਹੋਵੇ। ਨਿੰਦਕ ਇੱਕ ਅੱਖਰ ਰਹਿ ਗਿਆ, ਜੋੜ। ਇਹ ਜੋੜ ਅੱਖਰ ਪੜ੍ਹਨਾ ਹੈ, ਛੱਡਣਾ ਨਹੀਂ ਹੈ। ਕਈ ਵਿਦਵਾਨ ਪੜ੍ਹੇ ਲਿਖੇ ਇਹਨੂੰ ਛੱਡ ਦਿੰਦੇ ਨੇ, ਪਰ ਜਿਹੜਾ ਅੱਖਰ ਆ ਗਿਆ, ਅੱਖਰ ਲਿਖੇ ਸੀ ਗਾਵਾਂ, ਇਹ ਸਾਰੇ ਅੰਕਾਂ ਦਾ ਜੋੜ ਹੈ। 4 ਜਿਹੜਾ ਅੰਕ ਹੈ ਇਹ ਸ਼ਬਦ ਦੇ 4 ਪਦੇ ਨੇ। 2 ਅੰਕ ਭਗਤ ਰਵਿਦਾਸ ਜੀ ਦੇ 2 ਸ਼ਬਦ ਆਏ ਨੇ, ਅਤੇ ਅੱਗੇ ਜੋੜ ਸਿਧਾਂਤ ਦੱਸਦੇ ਨੇ 11 ਭਗਤ ਕਬੀਰ ਜੀ ਦੇ ਸ਼ਬਦ ਨੇ, 11 7 ਭਗਤ ਨਾਮਦੇਵ ਜੀ ਦੇ ਸ਼ਬਦ ਨੇ, 2 ਰਵਿਦਾਸ ਜੀ ਦੇ ਅਤੇ 6 ਗੁਰੂ ਰਾਮਦਾਸ ਜੀ ਦੇ, 23 ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਆਏ। ਕੁੱਲ ਜੋੜ ਜਿਹੜਾ 49, 1 ਘੱਟ 50 ਹੈ। ਅੱਗੇ ਜੋੜ ਅੱਖਰ ਲਿਖਿਆ ਹੋਇਆ। ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚੋਂ ਕੋਈ ਵੀ ਅੱਖਰ, ਲਗ ਮਾਤਰ, ਕੰਨਾ, ਸਿਆਰੀ, ਬਿਹਾਰੀ ਸ਼ਬਦ ਕੋਈ ਇੱਧਰ ਉੱਧਰ ਨਹੀਂ ਕਰ ਸਕਦਾ। ਇਹ ਪੂਰੇ ਅੰਕ ਜੋੜ ਕੇ ਲਿਖੇ ਹੋਏ ਹਨ। ਇਸ ਦੇ ਨਾਲ ਹੀ ਗੌਂਡ ਰਾਗ ਸਮਾਪਤ ਹੁੰਦਾ ਹੈ ਜੀ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਅੱਗੇ ਕੱਲ੍ਹ ਰਾਮਕਲੀ ਰਾਗ ਦੀ ਪ੍ਰਾਰੰਭਤਾ ਹੋਏਗੀ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਨੇ। ਨਿੰਦਾ ਕਹਾ ਕਰਹੁ ਸੰਸਾਰਾ, ਨਿੰਦਕ ਕਾ ਪ੍ਰਗਟ ਪਹਾਰਾ। ਨਿੰਦਕ ਸੋਧ ਸਾਧ ਵਿਚਾਰਿਆ। ਕਹੋ ਰਵਿਦਾਸ ਪਾਪੀ ਨਰਕ ਸਿਧਾਰਿਆ। ਜੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।